देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स। स्पोर्ट्स सैम्बो जूडो च कुछ खास फर्क है नहीं है। मेनली अपने पॉइंट्स फर्क आ ते एक ड्रैस का फर्क आ। मोस्टली बाकी टैकनीक्स बाकी अपना जो आपां खेडदे आ ते अपना पॉइंट्स वगैरह ਉਹੀ ਆ। बाकी ऑलमोस्ट साल सिमिलर टू जूडो ही है। ਤੇ ਮੈਂ 3rd ਸਟੈਂਡਰਡ ਤੋਂ ਜੂਡੋ ਕਰਦਾ ਰਿਹਾ ਤੇ ਫਿਰ ਜੂਡੋ 'ਚ ਹੀ ਅੱਗੇ ਗਾਂ ਆਪਾਂ ਕਰਦੇ ਰਹੇ। ਮੇਰਾ 2017 'ਚ ਵੀ ਜੂਨੀਅਰ ਨੈਸ਼ਨਲ ਗੋਲਡ ਆਇਆ ਸੀਗਾ ਜੂਡੋ 'ਚ। ਲੋਕੀ ਜਦੋਂ ਸਾਨੂੰ ਐਡਰੈਸ ਕਰਦੇ ਆ ਤੁਸੀਂ ਜੂਡੋ ਕਰਾਟੇ ਖੇਡਦੇ, ਅਸੀਂ ਜੂਡੋ ਕਰਾਟੇ ਨਹੀਂ ਆ, ਜੂਡੋ ਖੇਡਦੇ ਹਾਂ। ਜੂਡੋ ਅਲੱਗ ਆ, ਕਰਾਟੇ ਅਲੱਗ ਆ। ਉਹਨਾਂ ਦਾ ਅਲੱਗ ਹੁੰਦਾ ਪੈਸ਼ਨ ਆ, ਸਾਡਾ ਅਲੱਗ ਆ। ਇਹ ਲੋਕਾਂ ਨੂੰ ਸਮਝਾਉਣਾ ਹੈ ਜੀ। खुशी बहुत होंगी है, ठीक है। जो बच्चा जित के आता खुशी बहुत होंगी है। खुशी का तो कोई ठिकाना नहीं रहिंदा। ਤੇ ਇਹਨੂੰ ਕਦੀ ਵੀ ਗੇਮ ਨਹੀਂ ਛਡਾਉਣੀ। ਪੜ੍ਹ ਤੇ ਸਾਰੇ ਹੀ ਲੈਂਦੇ ਆ, ਪਰ ਗੇਮ ਕੋਈ ਅੱਗੇ ਜਾਂਦਾ। ਇਹ ਬਹੁਤ ਸੋਹਣਾ ਕਰਦਾ ਹੈ। ਸ਼ਹਿਰ ਜਲੰਧਰ ਨੇ ਨਾ ਸਿਰਫ ਪੰਜਾਬ ਨੂੰ ਬਲਕਿ ਪੂਰੇ ਦੇਸ਼ ਨੂੰ ਕੁਝ ਐਸੇ ਸਪੋਰਟਸਮੈਨ ਦਿੱਤੇ ਨੇ ਜੋ ਕਿ ਅੱਗੇ ਜਾ ਕੇ ਨਾ ਸਿਰਫ ਉਹਨਾਂ ਨੇ ਸ਼ਹਿਰ ਜਲੰਧਰ ਦਾ, ਪੰਜਾਬ ਦਾ ਨਾਮ ਰੋਸ਼ਨਾਇਆ ਬਲਕਿ ਪੂਰੇ ਭਾਰਤ ਦੇਸ਼ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਰੋਸ਼ਨਾਇਆ ਹੈ। ਤੇ ਐਸੀ ਹੀ ਇੱਕ ਐਗਜ਼ਾਮਪਲ ਸਾਡੇ ਨਾਲ ਬੈਠੀ ਹੈ ਪਵਰਾਜ ਸਿੰਘ, ਜਿਸ ਨੇ ਹਾਲ ਹੀ ਦੇ ਵਿੱਚ ਗੋਆ ਦੇ ਵਿੱਚ ਹੋਏ ਨੈਸ਼ਨਲ ਸੈਂਬੋ ਦੇ ਵਿੱਚ 골ਡ ਮੈਡਲ ਹਾਸਲ ਕੀਤਾ ਹੈ। ਸਭ ਤੋਂ ਪਹਿਲਾਂ ਤੇ ਪਵਰਾਜ ਇਹ ਦੱਸਿਆ ਜਾਏ कि गोल्ड मैडल हासिल किया तुसीं किस तरीके दे नाल सैंबो दे विच इंडल्ज होए। सैंबो किहड़ी खेड है? सर पहला तो कहना चाहूँगा कि सैंबो कईयां नूं पता ही नहीं है कि सैंबो है की है। ये सैंबो च पहले गल 3 कैटागरीज आ। एक स्पोर्ट्स सैंबो आ, एक कॉम्बैक्ट सैंबो आ ते एक बीच सैंबो आ। तिन्ने अलग अलग आ, तिन्ने सेम नहीं आ। जिहड़ी कॉम्बैक्ट सैंबो आ वो मिक्स मार्शल आर्ट, फिर MMA एंड जूडो एंड कराटे, ये सारा मिक्सचर होंदा ते फिर कॉम्बैक्ट सैंबो होंदी है। तो इस तो बाद आउंदी है स्पोर्ट्स सैंबो। स्पोर्ट्स सैंबो सिमिलर टू जूडो होंदी है। तो फिर होंदी है बीच सैंबो, वो भी जूडो च ही होंदी है बट वो होंदी है बीच ते, मैट्स नहीं होंदे उहदे च। तो फिर होंदी है वैटरन सैंबो। वैटरन होंदी है जिहड़ी बजुर्ग लोगां दी, जिद्दां ऑलमोस्ट 50+ जिहड़े हुंदे आ उन्हां दी हुंदी आ वैटरन सैंबो। इदां दी चार तरह दी सैंबो हुंदियां। स्पोर्ट्स सैंबो ते जूडो दे विच फर्क की हुंदा है? स्पोर्ट्स सैंबो जूडो च कुछ खास फर्क है नहीं है। मेनली अपने पॉइंट्स फर्क आ ते एक ड्रैस का फर्क आ। मोस्टली बाकी टैकनीक्स बाकी अपना जो आपां खेडदे आ ते अपना पॉइंट्स वगैरह ਉਹੀ ਆ। बाकी ऑलमोस्ट साल सिमिलर टू जूडो ही है। ठीक है। ਹੁਣ ਜੇਕਰ ਅਸੀਂ ਗੱਲ ਕਰੀਏ ਕਿ ਸੈਂਬੋ ਦੇ ਵਿੱਚ ਤੁਸੀਂ 골ਡ ਮੈਡਲ ਹਾਸਲ ਕੀਤਾ ਹੈ, ਇੱਕ ਆਪਣੇ ਆਪ ਦੇ ਵਿੱਚ ਅਚੀਵਮੈਂਟ ਹੈ, ਉਹ ਵੀ ਨੈਸ਼ਨਲ ਲੈਵਲ ਦੇ ਵਿੱਚ। ਗੋਆ ਗਏ ਸੀਗੇ, ਕਿੱਦਾਂ ਦਾ ਐਕਸਪੀਰੀਅੰਸ ਰਿਹਾ? ਸਭ ਤੋਂ ਪਹਿਲਾਂ ਇਹ ਦੱਸਿਆ ਜਾਵੇ ਵੀ ਸੈਂਬੋ ਵੱਲ ਤੁਹਾਡਾ ਰੁਝਾਨ ਵਧਿਆ ਕਿਵੇਂ, ਇੰਟਰਸਟ ਕਿਵੇਂ ਆਇਆ, ਇਹਨੂੰ ਕੰਟੀਨਿਊ ਕਿਵੇਂ ਕੀਤਾ ਤੇ ਬਾਅਦ 'ਚੋਂ ਨੈਸ਼ਨਲ ਲੈਵਲ ਤੱਕ ਗਏ ਕਿਸ ਤਰੀਕੇ ਦੇ ਨਾਲ? ਸ਼ੁਰੂ 'ਚ ਦੀ ਆਪਾਂ ਕਰਦੇ ਰਹੇ ਜੂਡੋ, ਅਤੇ ਮੈਂ 3rd ਸਟੈਂਡਰਡ ਤੋਂ ਜੂਡੋ ਕਰਦਾ ਰਿਹਾ ਅਤੇ ਫਿਰ ਜੂਡੋ 'ਚ ਹੀ ਅੱਗੇ ਗਾਂ ਆਪਾਂ ਕਰਦੇ ਰਹੇ। ਮੇਰਾ 2017 'ਚ ਵੀ ਜੂਨੀਅਰ ਨੈਸ਼ਨਲ ਗੋਲਡ ਆਇਆ ਸੀਗਾ ਜੂਡੋ 'ਚ। ਉਸ ਤੋਂ ਬਾਅਦ ਮੇਰੀ ਇੰਜਰੀ ਹੋ ਗਈ ਅਤੇ ਫਿਰ ਇੰਜਰੀ ਦਾ ਮੇਰਾ ਆਪਣਾ ਆਪਰੇਸ਼ਨ ਹੋਇਆ ਹੁਣ ਲਾਸਟ ਈਅਰ ਹੋਇਆ ਕਰੋਨਾ 'ਚ ਹੀ। ਅਤੇ ਉਸ ਤੋਂ ਬਾਅਦ ਫਿਰ ਸਰ ਨੇ ਜਦੋਂ ਮੈਂ ਸਰ ਨੂੰ ਕੰਟੈਕਟ ਕੀਤਾ ਅਤੇ ਸਰ ਨੇ ਫਿਰ ਸਾਨੂੰ ਦੱਸਿਆ ਕਿ ਇੱਦਾਂ ਸੈਂਬੋ ਆਈ ਆ, ਸਿਮਿਲਰ ਟੂ ਜੂਡੋ ਆ। ਫਿਰ ਉਹਨਾਂ ਨੇ ਸਾਨੂੰ ਪੁਆਇੰਟ ਸਿਸਟਮ ਸਮਝਾਇਆ ਅਤੇ ਫਿਰ ਉਹਨਾਂ ਨੇ ਸਾਨੂੰ ਦੱਸਿਆ ਕਿ ਕੀ ਹੁੰਦਾ ਇਹਦੇ 'ਚ। ਅਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਸਰ ਨੇ ਦੱਸਿਆ ਪ੍ਰੈਕਟਿਸ ਸ਼ੁਰੂ ਕਰਾਤੀ ਸਾਡੀ। ਆਲਮੋਸਟ 3 ਮੰਥ ਹੋ ਗਏ ਹੁਣ ਪ੍ਰੈਕਟਿਸ ਕਰਦੇ ਹੋਏ ਸੈਂਬੋ ਦੀ। ਅਤੇ ਸਿਮਿਲਰ ਟੂ ਜੂਡੋ ਆ ਤਾਂ ਕਰਕੇ ਜ਼ਿਆਦਾ ਉਹਦੇ 'ਚ ਉਹ ਹੋਇਆ, ਦਿੱਕਤ ਨਹੀਂ ਆਈ ਸਿੱਖਣ 'ਚ। ਜੇ ਅਸੀਂ ਗੱਲ ਕਰੀਏ, ਤੁਸੀਂ ਇੰਜਰੀ ਦੀ ਗੱਲ ਕੀਤੀ ਹੁਣੇ, ਇੰਜਰੀ ਕਿੱਥੇ ਹੋਈ ਵਿਖਾ ਸਕਦੇ ਹੋ ਸਾਨੂੰ? ਇਹ ਕੀ ਹੋਇਆ ਸੀਗਾ?
ਇਹ ਮੇਰਾ ਲਿਗਾਮੈਂਟ ਟੇਅਰ ਹੋਇਆ ਸੀਗਾ ਮੇਰਾ ਲਾਈਕ 2017 ਚ ਜਦੋਂ ਮੈਡਲ ਆਇਆ ਸੀਗਾ, ਤੇ ਉਸ ਤੋਂ ਬਾਅਦ ਮੈਂ ਜਦੋਂ 3 ਸਟੇਟ ਖੇਡੀਆਂ ਸੀਗੀਆਂ, ਜੂਨੀਅਰ, ਓਪਨ ਤੇ ਇੱਕ ਸਕੂਲ, ਤੇ ਤਿੰਨੇ ਸਟੇਟ 'ਚ ਮੇਰਾ ਗੋਲਡ ਸੀਗਾ। ਤੇ ਉਸ ਤੋਂ ਬਾਅਦ ਮੈਂ ਨੈਸ਼ਨਲ ਜਾਣਾ ਸੀਗਾ। ਆਲਮੋਸਟ 15-20 ਦਿਨ ਰਹਿ ਗਏ ਸੀਗੇ ਨੈਸ਼ਨਲ, ਪਹਿਲੀ ਨੈਸ਼ਨਲ ਨੂੰ, ਸਕੂਲ ਨੈਸ਼ਨਲ ਨੂੰ। ਐਂਡ ਫਿਰ ਆਪਾਂ ਇੱਕ ਕੈਂਪ ਸੀਗਾ ਉੱਥੇ ਅਨੰਦਪੁਰ ਸਾਹਿਬ, ਤੇ ਉੱਥੇ ਚਲੇ ਗਏ, ਤੇ ਮੈਂ ਤੇ ਸਰ ਗਏ ਸੀਗੇ, ਤੇ ਬਹੁਤ ਲਾਈਟਲੀ ਪ੍ਰੈਕਟਿਸ ਵਗੈਰਾ ਕਰ ਰਹੇ ਸੀਗੇ, ਤੇ ਉੱਥੇ ਮੇਰੀ ਪ੍ਰੈਕਟਿਸ ਕਰਦੇ ਹੋਏ ਇੰਜਰੀ ਹੋ ਗਈ। ਪਹਿਲਾਂ ਤਾਂ ਲੱਗਾ ਕਿ ਜ਼ਿਆਦਾ ਨਹੀਂ ਆ, ਮਾਈਨਰ ਆ, ਕੋਈ ਗੱਲ ਨਹੀਂ, ਥੋੜ੍ਹਾ ਜਿਹਾ ਹੋ ਜਾਊਗਾ, 10 ਦਿਨਾਂ 'ਚ ਠੀਕ ਹੋ ਜਾਣਗੇ ਰਿਕਵਰੀ, ਫਿਰ ਮੈਂ ਨੈਸ਼ਨਲ ਚਲੇ ਜਾਊਂਗਾ। ਬਟ ਫਿਰ 10 ਦਿਨ, 15 ਦਿਨ, 20 ਦਿਨ ਹੋਏ ਨਹੀਂ। ਫਿਰ ਡਾਕਟਰ ਨੂੰ ਕੰਸਲਟ ਕਰਾਇਆ, ਡਾਕਟਰ ਨੇ ਕਿਹਾ ਕਿ MRI ਕਰਾਓ, ਤੇ MRI ਜਦੋਂ ਕਰਾਇਆ ਤੇ ਉਦੋਂ ਆਇਆ ਕਿ ਲਿਗਾਮੈਂਟ ਟੇਅਰ ਆ। ਡਾਕਟਰ ਨੇ ਕਹਿ ਤਾ ਕਿ ਤੁਸੀਂ ਖੇਡ ਨਹੀਂ ਸਕਦੇ ਹੁਣ, ਤੇ ਤੁਸੀਂ ਪਹਿਲਾਂ ਰੈਸਟ ਕਰੋ, ਬੈੱਡ ਰੈਸਟ ਕਰੋ, ਤੇ ਉਸ ਤੋਂ ਬਾਅਦ ਦੇਖਦੇ ਹਾਂ, ਆਪਰੇਸ਼ਨ ਕਰਾਵਾਂਗੇ ਤੁਹਾਡਾ। ਤੇ ਪਹਿਲਾਂ ਫਿਰ ਘਰ ਦੇ ਆਪਰੇਸ਼ਨ ਤੋਂ ਡਰਦੇ ਸੀਗੇ, ਤੇ ਮੋਸਟਲੀ ਸਾਲ ਸਵਾ ਸਾਲ ਆਪਾਂ ਕੋਈ ਆਪਰੇਸ਼ਨ ਨਹੀਂ ਕਰਾਇਆ ਕਿ ਨੈਚੁਰਲੀ ਰਿਕਵਰੀ ਹੋ ਜੇ। ਤੇ ਫਿਰ ਨੈਚੁਰਲੀ ਰਿਕਵਰੀ ਕਰਦੇ ਕਰਦੇ ਤੇ ਉਹ ਹੋਰ ਜ਼ਿਆਦਾ ਖਰਾਬ ਹੋ ਗਿਆ, ਲਿਗਾਮੈਂਟ ਪੂਰਾ ਹੀ ਟੇਅਰ ਹੋ ਗਿਆ, ਤੇ ਨਾਲ ਇੱਕ ਬਕਟ ਹੁੰਦੀ ਆ ਲਿਗਾਮੈਂਟ ਦੇ, ਤੇ ਉਹ ਵੀ ਟੇਅਰ ਹੋ ਗਈ। ਤੇ ਉਸ ਤੋਂ ਬਾਅਦ ਫਿਰ ਮੰਮਾ ਵੀ ਮੇਰੇ ਜਿੱਦਾਂ ਕਿ ਮੈਡੀਕਲ ਪ੍ਰੋਫੈਸ਼ਨ ਦੇ ਆ, ਤੇ ਉਹਨਾਂ ਨੇ ਡਾਕਟਰਸ ਨਾਲ ਆਪਣੇ ਗੱਲ ਕੀਤੀ, ਤੇ ਉਹ ਕਹਿੰਦੇ ਕਿ ਨਹੀਂ, ਤੁਸੀਂ ਆਪਰੇਸ਼ਨ ਕਰਾਉਣਾ ਪੈਣਾ ਇਹਦਾ, ਨਹੀਂ ਤੇ ਅੱਗੇ ਜਾ ਕੇ ਹੋਰ ਪ੍ਰੋਬਲਮਸ ਆ ਸਕਦੀਆਂ। ਨੋਟ ਕਿ ਰਿਲੇਟਡ ਟੂ ਗੇਮ ਕਰਕੇ ਨਹੀਂ, ਉੱਦਾਂ ਵੀ ਤੁਹਾਨੂੰ ਚੱਲਣ ਫਿਰਨ 'ਚ ਪ੍ਰੋਬਲਮ ਆ ਸਕਦੀ ਆ। ਤੇ ਤਾਂ ਕਰਕੇ ਫਿਰ ਲਾਸਟ ਈਅਰ ਕਰੋਨਾ ਹੀ ਸੀਗਾ, ਫਿਰ ਸਾਰੇ ਆਲਮੋਸਟ ਕੋਈ ਹੈ ਨਹੀਂ, ਵਿਹਲੇ ਸੀਗੇ, ਤੇ ਕੋਈ ਕੰਮ ਨਹੀਂ ਸੀਗਾ। ਤੇ ਫਿਰ ਮੰਮਾ ਨੇ ਗੱਲ ਕੀਤੀ ਉੱਥੇ, ਤੇ ਫਿਰ ਜੂਨ ਜੁਲਾਈ 'ਚ ਆਪਾਂ ਆਪਰੇਸ਼ਨ ਕਰਾਇਆ ਸੀਗਾ। ਫਿਰ ਮੇਰੀ ਆਲਮੋਸਟ 6 ਮਹੀਨੇ ਤੇ ਮੇਰੀ ਰੈਸਟ ਰਹੀ। ਅੱਜ ਜਨਵਰੀ ਤੋਂ ਆ ਕੇ ਮੇਰੀ ਪੂਰੀ ਥੋੜ੍ਹੀ ਬਹੁਤੀ ਰਿਕਵਰੀ ਹੋਈ, ਤੇ ਫਿਰ ਸਰ ਨਾਲ ਮੈਂ ਕੀਤਾ ਕੰਟੈਕਟ, ਤੇ ਅੱਗੇ ਗੇਮ ਕਰਨਾ ਫਿਰ ਸ਼ੁਰੂ ਕੀਤਾ। ਉਹਦੇ ਕਰਕੇ ਮੇਰੀ ਹੋਰ ਜ਼ਿਆਦਾ ਰਿਕਵਰੀ ਜਲਦੀ ਬੈਟਰ ਹੋਈ ਜਦੋਂ ਮੈਂ ਗੇਮ ਸ਼ੁਰੂ ਕੀਤੀ ਆਪਣੀ। ਸੋ ਮਤਲਬ ਗੇਮ ਦੇ ਨਾਲ ਤੁਹਾਡੀ ਇੰਜਰੀ ਜ਼ਰੂਰ ਆਈ ਗੇਮ ਕਰਨ ਤੋਂ, ਪਰ ਉਸੀ ਨੇ ਤੁਹਾਨੂੰ ਰਿਕਵਰ ਕਰਨ ਦੇ ਵਿੱਚ ਵੀ ਹੈਲਪ ਕੀਤਾ। ਹਾਂਜੀ, ਉਹ ਤਾਂ ਹੈਗਾ ਕਿ ਇੱਕ ਹੁੰਦਾ ਪੈਸ਼ਨ ਹੁੰਦਾ, ਮੈਨੂੰ ਛੋਟੇ ਹੁੰਦੇ ਤੋਂ ਪੈਸ਼ਨ ਆ। ਲਾਈਕ 3rd ਸਟੈਂਡਰਡ ਤੋਂ ਕੀ ਬੱਚੇ ਨੂੰ ਸਮਝ ਹੁੰਦੀ ਹੈ, ਮੈਂ 3rd ਸਟੈਂਡਰਡ ਤੋਂ ਜੂਡੋ ਹੀ ਕਰਦਾ ਆ ਰਿਹਾ। ਇੱਦਾਂ ਵੀ ਨਹੀਂ ਕਿ ਮੈਂ ਗੇਮਸ ਚੇਂਜ ਕੀਤੀਆਂ ਜਾਂ ਕੋਹ, ਨਾਲ ਮੈਂ ਐਥਲੈਟਿਕਸ ਵੀ ਖੇਡਦਾ ਰਿਹਾ, ਉਹ 'ਚ ਵੀ ਮੈਂ ਸਟੇਟ ਖੇਡੀ 100 ਮੀਟਰ 'ਚ। ਫਿਰ ਸਵਿਮਿੰਗ ਵੀ ਕਰਦਾ ਰਿਹਾ ਮੈਂ, ਨਾਲ ਮੈਂ ਕਰਦਾ ਰਿਹਾ। ਬਟ ਮੇਰਾ ਮੇਨ ਜਿਹੜਾ ਪੈਸ਼ਨ ਸੀਗਾ ਉਹ ਮੇਰਾ ਜੂਡੋ ਹੀ ਸੀਗਾ, ਕਿ ਮੈਂ ਜੂਡੋ ਕਰਨੀ ਆ, ਮੈਂ ਇਹਦੇ 'ਚ ਅੱਗੇ ਅਚੀਵ ਕਰਨਾ, ਤੇ ਉਹੀ ਮੈਂ ਕਰਦਾ ਰਿਹਾ। ਫਿਰ ਅੱਗੇ ਕਰਦੇ ਕਰਦੇ ਫਿਰ ਮੈਨੂੰ ਸੈਂਬੋ ਵੀ ਪਤਾ ਲੱਗੀ, ਫਿਰ ਇੱਕ ਕੁਰਾਸ਼ ਗੇਮ ਆ ਉਹ ਵੀ ਪਤਾ ਲੱਗੀ। ਇਹ ਸਾਰੀ ਸਿਮਿਲਰ ਟੂ ਜੂਡੋ ਆ, ਪਰ ਇਹਨਾਂ ਨੂੰ ਅੱਗੇ ਉਹ ਉੱਪਰ ਕੇ ਨਹੀਂ ਆਉਂਦੀਆਂ। ਲੋਕੀ ਜ਼ਿਆਦਾਤਰ ਜਿਹੜੀ ਸਪੋਰਟਸ ਫੈਡਰੇਸ਼ਨ ਦਾ ਜਾਂ ਉਹ ਜ਼ਿਆਦਾਤਰ ਧਿਆਨ ਦਿੰਦੀਆਂ ਵਾ ਕਿ ਜਿਹੜੇ ਜ਼ਿਆਦਾਤਰ ਆਪਣਾ ਪਲੇਅਰ ਨੇ, ਜਿਨ੍ਹਾਂ ਪਲੇਅਰਾਂ ਨੇ ਲਿਆ ਹੁੰਦਾ ਓਲੰਪਿਕ ਜਾਂ ਵਰਲਡ ਨੈਸ਼ਨਲਸ ਗੇਮਸ 'ਚ ਉਹ ਲਿਆ ਹੁੰਦਾ, ਮੈਡਲ ਲਿਆ ਹੁੰਦਾ, ਉਹਨਾਂ ਵੱਲ ਜ਼ਿਆਦਾ ਹੋ ਜਾਂਦੀਆਂ, ਝੁਕਾਅ ਉਹਨਾਂ ਵੱਲ ਹੋ ਜਾਂਦਾ। ਇੱਧਰ ਗੇਮਸ ਵੱਲ ਦਿੰਦੀਆਂ ਹੀ ਨਹੀਂ। ਹੁਣ ਕਿਸੇ ਨੂੰ ਪਤਾ ਨਹੀਂ ਹੋਣਾ ਕਿ ਸੈਂਬੋ ਕੀ ਆ, ਕੁਰਾਸ਼ ਕੀ ਆ। ਹਾਲਾਂਕਿ ਜਿਹੜੇ ਜ਼ਿਆਦਾਤਰ ਜੂਡੋ ਕਰਾਟੇ ਇੱਕ ਅਲੱਗ ਚੀਜ਼ ਆ। ਲੋਕੀ ਜਦੋਂ ਸਾਨੂੰ ਐਡਰੈਸ ਕਰਦੇ ਆ, ਤੁਸੀਂ ਜੂਡੋ ਕਰਾਟੇ ਖੇਡਦੇ ਹੋ, ਅਸੀਂ ਜੂਡੋ ਕਰਾਟੇ ਨਹੀਂ ਆ, ਜੂਡੋ ਖੇਡਦੇ ਹਾਂ। ਜੂਡੋ ਅਲੱਗ ਆ, ਕਰਾਟੇ ਅਲੱਗ ਆ, ਉਹਨਾਂ ਦਾ ਅਲੱਗ ਹੁੰਦਾ ਪੈਸ਼ਨ ਆ, ਸਾਡਾ ਅਲੱਗ ਆ। ਇਹ ਲੋਕਾਂ ਨੂੰ ਸਮਝਾਉਣਾ ਇਹੀ ਆਪਾਂ। ਇਸ ਮੁੱਦੇ ਦੇ ਉੱਤੇ ਅਸੀਂ ਬਾਅਦ 'ਚ ਗੱਲ ਕਰਦੇ ਹਾਂ, ਪਰ ਇੱਕ ਗੱਲ ਬਹੁਤ ਜ਼ਰੂਰੀ ਹੈ ਕਿ ਇਹੋ ਜਿਹੇ ਪਲੇਅਰਸ ਜਦੋਂ ਬਾਹਰ ਜਾਂਦੇ ਨੇ, ਪੰਜਾਬ ਤੋਂ ਬਾਹਰ ਜਾਂਦੇ ਨੇ, ਨੈਸ਼ਨਲ ਲੈਵਲ ਦੇ ਉੱਤੇ ਜਾ ਕੇ ਆਪਣਾ ਸ਼ਹਿਰ ਹੀ ਨਹੀਂ ਬਲਕਿ ਆਪਣੇ ਪੂਰੇ ਸੂਬੇ ਨੂੰ ਇੱਕ ਰੁਸ਼ਨਾ ਕੇ ਆਉਂਦੇ ਨੇ, ਤੇ ਉਹਨਾਂ ਨੂੰ ਜਨਮ ਦੇਣ ਵਾਲੇ ਹਮੇਸ਼ਾ ਕਿਤੇ ਨਾ ਕਿਤੇ ਆਪਣੀ ਖੁਸ਼ੀ ਨੂੰ ਜ਼ਾਹਰ ਕਰਦੇ ਨੇ। ਪਰ ਕਿਸ ਤਰੀਕੇ ਦੇ ਨਾਲ ਗੱਲਬਾਤ ਕਰਦੇ ਹਾਂ ਭਵਰਾਜ ਦੇ ਮਦਰ ਤੇ ਫਾਦਰ ਦੇ ਨਾਲ। ਸਰ, ਕੀ ਨਾਮ ਹੈ ਤੁਹਾਡਾ? ਕੁਲਵਿੰਦਰ ਸਿੰਘ ਸੰਧੂ ਹੈ ਜੀ ਮੇਰਾ ਨਾਮ। ਤੇ ਮੈਮ ਤੁਹਾਡਾ ਕੀ ਨਾਮ ਹੈ? ਮਨਜਿੰਦਰ ਕੌਰ। ਤੇ ਕਿਸ ਤਰੀਕੇ ਨਾਲ ਫੀਲ ਕਰਦੇ ਹੋ ਨੈਸ਼ਨਲ ਲੈਵਲ ਜਾ ਕੇ ਆਇਆ ਆ? ਕਿੰਨੀਆਂ ਕੁ ਦਿੱਕਤਾਂ ਆਈਆਂ? ਕਦੀ ਇਹ ਨਹੀਂ ਦਿੱਕਤ ਆਈ ਕਿ ਹਾਂ ਬੱਚਾ ਪੜ੍ਹਨ ਵਾਲੇ ਪਾਸੇ ਨਹੀਂ ਹੈਗਾ ਆ, ਖੇਡਣ ਵਾਲੇ ਪਾਸੇ ਜ਼ਿਆਦਾ ਆ, ਸਪੋਰਟਸ ਦੇ ਵਿੱਚ ਫਿਊਚਰ ਬ੍ਰਾਈਟ ਹੋਊਗਾ ਨਹੀਂ ਹੋਊਗਾ, ਡਾਊਟ ਨਹੀਂ ਆਇਆ ਕਦੀ ਮਨ ਦੇ ਵਿੱਚ? ਨਹੀਂ, ਇੱਦਾਂ ਦਾ ਤਾਂ ਕਦੀ ਆਇਆ ਨਹੀਂ, ਪਰ ਜਦੋਂ ਗੌਰਮੈਂਟ ਦੀਆਂ ਪਾਲਿਸੀਆਂ ਦੇਖਦੇ ਹਾਂ ਵੀ ਗੌਰਮੈਂਟ ਕੋਈ ਕਿਸੇ ਨਾਲ ਸਾਥ ਨਹੀਂ ਦਿੰਦੀ, ਬੱਚੇ ਨੂੰ ਤਿਆਰ ਕਰਨ 'ਤੇ ਆਪਾਂ ਕਿੰਨੀ ਮਿਹਨਤ ਕਰਦੇ ਹਾਂ, ਸਾਰਾ ਕੁਛ ਲੈ ਕੇ ਜਾਣਾ, ਪ੍ਰੈਕਟਿਸ ਵਾਸਤੇ ਸਵੇਰੇ ਠਾਲਣਾ, ਠੀਕ ਹੈ, ਉਹਦੀ ਖੁਰਾਕ ਦਾ ਖਿਆਲ ਰੱਖਣਾ, ਬੜੀਆਂ ਪ੍ਰੋਬਲਮਾਂ ਆਉਂਦੀਆਂ ਨੇ। ਪਰ ਗੌਰਮੈਂਟ ਦੇ ਵਿੱਚ ਇੰਨਾ ਕੋਈ ਸਾਥ ਨਹੀਂ ਦਿੰਦੀ, ਪਰ ਖੁਸ਼ੀ ਬਹੁਤ ਹੁੰਦੀ ਹੈ, ਠੀਕ ਹੈ, ਜਦੋਂ ਬੱਚਾ ਜਿੱਤ ਕੇ ਆਉਂਦਾ ਖੁਸ਼ੀ ਬਹੁਤ ਹੁੰਦੀ ਹੈ। ਖੁਸ਼ੀ ਦਾ ਤਾਂ ਕੋਈ ਟਿਕਾਣਾ ਨਹੀਂ ਰਹਿੰਦਾ, ਤੇ ਬਸ ਠੀਕ ਹੈ, ਬਾਕੀ ਚੱਲੀ ਜਾਂਦਾ ਇਹਨਾਂ ਦਾ। ਜੇ ਅਸੀਂ ਗੱਲ ਕਰੀਏ ਕਿ ਤੁਸੀਂ ਕਿਹਾ ਕਿ ਗਵਰਨਮੈਂਟ ਵੱਲੋਂ ਸਾਥ ਨਹੀਂ ਦਿੱਤਾ ਜਾਂਦਾ, ਗਵਰਨਮੈਂਟ ਅਕਸਰ ਇਹ ਚੀਜ਼ ਬਹੁਤ ਸਾਰੇ ਲੋਕਾਂ ਦੀ ਕੰਪਲੇਂਟ ਰਹਿੰਦੀ ਹੈ, ਬਹੁਤ ਸਾਰੇ ਸਪੋਰਟਸਮੈਨ ਦੀ ਇਹ ਕੰਪਲੇਂਟ ਰਹਿੰਦੀ ਹੈ ਕਿ ਗਵਰਨਮੈਂਟ ਜਿਹੜੀ ਹੈ ਉਹ ਟੀਮ ਗੇਮਸ ਜਿਹੜੀਆਂ ਹੁੰਦੀਆਂ ਨੇ, ਫੁੱਟਬਾਲ,
ਕ੍ਰਿਕਟ ਹਾਕੀ ਉਹਦੇ ਉੱਤੇ ਜ਼ਿਆਦਾ ਫੋਕਸ ਕਰਦੀ ਹੈ ਸੋਲੋ ਪਲੇਅਰਸ ਦੇ ਅਕੋਰਡਿੰਗਲੀ, ਹੈ ਨਾ, ਜੇ ਉਹਦੇ ਨਾਲ ਕੰਪੇਅਰ ਕੀਤਾ ਜਾਵੇ। ਹੁਣ ਇਹ ਦੱਸਿਆ ਜਾਵੇ ਵੀ ਕੀ ਇਸ ਨੂੰ ਅੱਗੇ ਫਿਊਚਰ ਬਣਾਉਣਾ ਚਾਹੋਗੇ, ਇਸ ਦਾ ਕਰੀਅਰ ਇਹੀ ਸਿਲੈਕਟ ਕਰਾਓਗੇ ਜਾਂ ਕਿਤੇ ਹੋਰ ਪਾਓਗੇ ਜਾਂ ਆਪਣਾ ਫੈਮਿਲੀ ਬਿਜ਼ਨਸ ਦੇ ਵਿੱਚ ਇਹਨੂੰ ਨਾਲ ਇਨਵੋਲਵ ਕਰੋਗੇ? ਫਿਲਹਾਲ ਤਾਂ ਆਪਾਂ ਇੱਥੇ ਡਿਪੈਂਡ ਆ ਵੀ ਇਹ ਸ਼ੁਰੂ ਤੋਂ ਗੇਮ ਕਰਦਾ ਆ ਰਿਹਾ ਅਤੇ ਇਹਦਾ ਰੁਝਾਨ ਵੀ ਗੇਮ ਵੱਲ ਆ, ਅਤੇ ਆਪਾਂ ਤਾਂ ਇਹੀ ਚਾਹਾਂਗੇ ਵੀ ਇਹ ਗੇਮ 'ਚ ਹੀ ਅੱਗੇ ਜਾਵੇ, ਠੀਕ ਹੈ। ਅਤੇ ਆਪਣਾ ਜਿੱਥੋਂ ਤੱਕ ਹੋ ਸਕੇ ਤਾਂ ਆਪਾਂ ਇਹਨੂੰ ਜ਼ੋਰ ਲਾਵਾਂਗੇ ਵੀ ਇਸੇ 'ਚ ਜਾਵੇ, ਅਤੇ ਬਾਕੀ ਤਾਂ ਕੋਈ ਇੱਦਾਂ ਦਾ ਨਹੀਂ ਆ ਵੀ ਅਸੀਂ ਇਹਨੂੰ 'ਚੋਂ ਕੁਇਟ ਕਰ ਦਈਏ ਚਾਹੇ ਹਟਾ ਦਈਏ, ਨਾ ਇਹ 'ਤੇ ਕਦੀ ਪ੍ਰੈਸ਼ਰ ਪਾਇਆ ਵੀ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਕਰ। ਇਹ ਆ ਵੀ ਸਾਡੇ ਵੱਲੋਂ ਪੂਰੀ ਸਪੋਰਟ ਆ, ਇੱਦਾਂ ਦਾ ਕੁਛ ਨਹੀਂ ਆ। ਹੁਣ ਮਦਰ ਦੇ ਨਾਲ ਮੈਂ ਗੱਲ ਕਰਨਾ ਚਾਹੂੰਗਾ ਕਿ ਤੁਹਾਨੂੰ ਮਦਰਸ ਜਿਹੜੀਆਂ ਨੇ ਅਕਸਰ ਇਹ ਦੇਖਿਆ ਜਾਂਦਾ ਵੀ ਜ਼ਿਆਦਾ ਇਮੋਸ਼ਨਲੀ ਅਟੈਚਡ ਹੁੰਦੀਆਂ ਨੇ ਬੱਚੇ ਦੇ ਨਾਲ। ਜੇ ਅਸੀਂ ਗੱਲ ਕਰੀਏ ਭਵਰਾਜ ਵੱਲੋਂ ਕਿੰਨੀਆਂ ਕੁ ਕੰਪਲੇਂਟਸ ਆਉਂਦੀਆਂ ਸੀਗੀਆਂ ਜਦੋਂ ਇਹ ਸਕੂਲ ਦੇ ਵਿੱਚ ਹੁੰਦਾ ਸੀਗਾ ਕਿ ਇਹਨੇ ਮੁੰਡੇ ਕੁੱਟੇ ਆ ਜਾਂ ਫਿਰ ਇਹ ਕਿਸੇ ਨਾਲ ਲੜ ਪਿਆ ਜਾਂ ਫਿਰ ਪੜ੍ਹਾਈ ਨਹੀਂ ਕਰਦਾ, ਸੋ ਉਸ ਚੀਜ਼ ਨੂੰ ਕਿਸ ਤਰੀਕੇ ਨਾਲ ਤੁਸੀਂ ਦੇਖਦੇ ਹੋ ਅਤੇ ਕਿਸ ਤਰੀਕੇ ਦੇ ਨਾਲ ਬਾਅਦ 'ਚ ਟੈਕਲ ਕਰਦੇ ਸੀਗੇ ਭਵਰਾਜ ਨੂੰ ਜਾਂ ਉਹਦੇ ਟੀਚਰਸ ਨੂੰ? ਪਹਿਲੀ ਗੱਲ ਤੇ ਮੈਂ ਹਜ਼ੂਰ ਬਾਬਾ ਜੀ, ਬਾਬਾ ਕਸ਼ਮੀਰਾ ਸਿੰਘ ਜੀ, ਉਹਨਾਂ ਦਾ ਮੈਂ ਸ਼ੁਕਰਾਨਾ ਕਰਦੀ, ਕਿਉਂਕਿ ਉਹਨਾਂ ਦੀ ਬਹੁਤ ਬਲੈਸਿੰਗ ਨੇ। ਬੀਜੀ ਬਾਬਾ ਜੀ, ਉਹਨਾਂ ਦੀ ਬਲੈਸਿੰਗ ਕਰਕੇ ਹੀ ਇਹ ਇਸ ਜਗ੍ਹਾ 'ਤੇ ਆ। ਉਹਨਾਂ ਨੇ ਸ਼ੁਰੂ ਤੋਂ ਕਿਹਾ ਸੀ ਪੁੱਤਰ ਇਹ ਨਾਮ ਰੋਸ਼ਨ ਕਰੇਗਾ। ਉਹਨਾਂ ਦੀਆਂ ਅਰਦਾਸਾਂ ਜਿਹੜੀਆਂ ਸਾਨੂੰ ਇੱਥੇ ਲੈ ਕੇ ਆਈਆਂ ਨੇ, ਮੈਂ ਉਹਨਾਂ ਦਾ ਸ਼ੁਕਰਾਨਾ ਕਰਦੀ ਹਾਂ। ਇਹਦੀ ਕੋਈ ਕੰਪਲੇਂਟ ਨਹੀਂ ਸੀ ਆਉਂਦੀਆਂ। ਇਹ ਬਹੁਤ ਹੀ ਸਾਰਿਆਂ ਨਾਲ ਫਰੈਂਡਲੀ ਆ। ਜਿੰਨੇ ਵੀ ਇਹਦੇ ਫਰੈਂਡ ਆ, ਇਹਨਾਂ ਦੀ ਜਿੰਨੀਆਂ ਫਰੈਂਡਸ ਦੀਆਂ ਮਦਰ ਆ, ਉਹ ਸਾਰੀਆਂ ਕਹਿੰਦੀਆਂ ਕਿ ਆਪਣੇ ਬੱਚਿਆਂ ਨੂੰ ਕਿ ਹਾਂ ਭਵਰਾਜ ਦੇ ਨਾਲ ਰਿਹਾ ਕਰੋ। ਉਹ ਦੇਖੋ ਕਿੰਨਾ ਵਧੀਆ ਆ, ਅਤੇ ਮੈਨੂੰ ਬੜਾ ਮਾਣ ਹੁੰਦਾ ਹੈ ਕਿ ਸੱਚੇ ਪਾਤਸ਼ਾਹ ਤੁਸੀਂ ਮੈਨੂੰ ਇਹੋ ਜਿਹਾ ਪੁੱਤਰ ਬਖਸ਼ਿਆ ਹੈ, ਅਤੇ ਸਾਰਿਆਂ ਨੂੰ ਤੁਸੀਂ ਇੱਦਾਂ ਦਾ ਹੀ ਪੁੱਤਰ ਦਿਓ। ਅਤੇ ਸਕੂਲ ਦੀਆਂ ਮੈਡਮ ਇਹਦੇ ਨਾਲ ਬਹੁਤ ਜ਼ਿਆਦਾ ਪਿਆਰ ਕਰਦੀਆਂ ਸੀ। ਉਹਨਾਂ ਨੇ ਮੈਨੂੰ ਕਹਿਣਾ ਕਿ ਇਹ ਭਵਰਾਜ ਮੈਥ ਬਹੁਤ ਅੱਛਾ ਕਰਦਾ ਹੈ, ਪੈਰਾਂ ਨਾਲ ਕਰਦਾ ਹੈ ਮੈਥ, ਅਤੇ ਬਹੁਤ ਹੀ ਇੰਟੈਲੀਜੈਂਟ ਹੈ, ਬਸ ਥੋੜ੍ਹਾ ਜਿਹਾ ਗੇਮ ਕਰਕੇ ਧਿਆਨ ਨਹੀਂ ਦੇ ਹੁੰਦਾ, ਔਰ ਇੰਟੈਲੀਜੈਂਟ ਬਹੁਤ ਜ਼ਿਆਦਾ ਹੈ, ਅਤੇ ਇਹਨੂੰ ਕਦੀ ਵੀ ਗੇਮ ਨਹੀਂ ਛਡਾਉਣੀ। ਪੜ੍ਹ ਤਾਂ ਸਾਰੇ ਹੀ ਲੈਂਦੇ ਆ, ਪਰ ਗੇਮ ਕੋਈ ਅੱਗੇ ਜਾਂਦਾ ਹੈ, ਬਹੁਤ ਸੋਹਣਾ ਕਰਦਾ ਹੈ। ਇਹਦੇ ਜਿਹੜੇ ਫਰੈਂਡ ਸੀਗੇ ਉਹਨਾਂ ਨੇ ਆਣ ਕੇ ਕਹਿਣਾ, ਇਹ ਹਰ ਇੱਕ ਜਦੋਂ ਵੀ ਛੋਟਾ ਜਿਹਾ ਹੁੰਦਾ ਸੀ ਇਹ ਸਾਰੀਆਂ ਗੇਮ 'ਚ ਫਸਟ ਆਉਂਦਾ ਸੀ, ਅਤੇ ਸਾਰੇ ਇੱਦਾਂ ਮੈਡਲ ਪਾਏ ਹੁੰਦੇ ਸੀ ਸਾਰੇ। ਇਹਨੇ 5-7 ਸਾਰੇ ਗੇਮ 'ਚ ਫਸਟ 'ਤੇ ਇੱਦਾਂ ਆ ਰਿਹਾ ਹੁੰਦਾ ਸੀ। ਅਤੇ ਇਹਨਾਂ ਦੇ ਜਿੰਨੇ ਵੀ ਫਰੈਂਡਸ ਹੁੰਦੇ ਸੀ ਉਹ ਪਹਿਲੇ ਹੀ ਆਣ ਕੇ ਕਹਿੰਦੇ ਸੀ ਭਵਰਾਜ ਯਾਰ ਤੂੰ ਅੱਜ ਨਾ ਜਾ, ਮੈਂ ਫਸਟ ਆ ਜਾਣਾ, ਜੇ ਤੂੰ ਨਾ ਗਿਆ ਤੇ ਮੈਂ ਫਸਟ ਆ ਜਾਣਾ ਆ। ਮਤਲਬ ਕਿਤੇ ਨਾ ਕਿਤੇ ਇਮੋਸ਼ਨਲੀ ਤੇ ਤੁਸੀਂ ਕਨੈਕਟਡ ਹੋ ਹੀ, ਪਰ ਸਾਰੀ ਜਿਹੜੀ ਇੱਕ ਦੁਨੀਆ ਹੁੰਦੀ ਹੈ ਜੋ ਦੇਖਣ ਨੂੰ ਮਿਲਦਾ ਆ ਅਕਸਰ, ਉਸ ਤੋਂ ਉਲਟਾ ਆ ਭਵਰਾਜ ਦੇ ਨਾਲ ਕਿ ਟੀਚਰਸ ਵੀ ਸਾਥ ਦਿੰਦੀਆਂ ਨੇ, ਭਵਰਾਜ ਸਪੋਰਟਸ 'ਚ ਵੀ ਅੱਛਾ ਹੈ ਅਤੇ ਐਕੈਡੈਮਿਕਸ 'ਚ ਵੀ ਅੱਛਾ ਹੈ। ਹਾਂਜੀ, ਐਮਜੀਐਨ ਸਕੂਲ ਪੜ੍ਹਦਾ ਸੀਗਾ ਇਹ, ਅਤੇ ਇਹਨੇ ਜਾਣਾ ਸੀਗਾ, ਕਹਿੰਦਾ ਮੈਂ ਸਕੂਲ ਚੇਂਜ ਕਰਨਾ, ਅਤੇ ਇਹਨੇ ਆਪਣੇ ਪ੍ਰਿੰਸੀਪਲ ਸਰ ਨਾਲ ਗੱਲ ਕੀਤੀ, ਅਤੇ ਇਹਦੇ ਸਰ ਕਹਿੰਦੇ ਤੂੰ ਦੱਸ ਤੈਨੂੰ ਪ੍ਰੋਬਲਮ ਕੀ ਆ, ਮੈਂ ਤੈਨੂੰ ਬੈਸਟ ਇੰਡੀਆ ਦਾ ਕੋਈ ਕੋਚ ਜਿਹਦੇ ਕੋਲ ਕਵੇ ਪ੍ਰੈਕਟਿਸ ਮੈਂ ਇੱਥੇ ਕਰਾਵਾਂਗਾ, ਪਰ ਤੂੰ ਜਾਣਾ ਨਹੀਂ ਹੈਗਾ। ਅਤੇ ਇਹਦੇ ਜਿੰਨੇ ਵੀ ਹੋਰ ਦੋਸਤ ਸੀ ਉਹਨਾਂ ਨੂੰ ਵੀ ਰੋਕ ਲਿਆ ਉਹਨਾਂ ਨੇ, ਕਹਿੰਦੇ ਇਹੋ ਜਿਹਾ ਬੱਚਾ ਕਹਿੰਦੇ ਮੈਂ ਨਹੀਂ ਜਾਣ ਦੇਣਾ ਆਪਣੇ ਸਕੂਲ ਦੇ ਵਿੱਚੋਂ, ਅਤੇ ਕਹਿੰਦੇ ਸਾਨੂੰ ਤਾਂ ਬੜਾ ਤੇਰੇ 'ਤੇ ਮਾਣ ਹੈ। ਇਹਦੇ ਸਕੂਲ 'ਚ ਜਾਂਦਿਆਂ ਹੀ ਫਰੰਟ 'ਤੇ ਬੜੀ ਵੱਡੀ ਉਹਨਾਂ ਨੇ ਇਹਦੀ ਫੋਟੋ ਲਗਾਈ ਹੋਈ ਆ ਖੇਲਦਿਆਂ ਦੀ, ਅਤੇ ਬਹੁਤ ਸਪੋਰਟ ਕਰਦੇ ਸੀ ਇਹਨੂੰ। ਅਤੇ ਮੈਂ ਤਾਂ ਕਈ ਵਾਰੀ ਕਹਿੰਦੀ ਹੁੰਦੀ ਸੀ, ਮੈਂ ਕਿਹਾ ਇਹਨਾਂ ਨੇ ਤਾਂ ਭੂਏ ਬਹੁਤ ਚੜਾਇਆ ਹੋਇਆ ਆ ਭਵਰਾਜ ਨੂੰ, ਐਮਜੀਐਨ ਵਾਲਿਆਂ ਨੇ ਇੰਨਾ ਐਪਰੀਸ਼ੀਏਟ ਕਰਦੇ ਆ। ਜੇ ਅਸੀਂ ਹੁਣ ਗੱਲ ਕਰੀਏ ਇਸ ਮੁੱਦੇ ਦੇ ਉੱਤੇ ਕਿ ਭਵਰਾਜ ਨੇ ਹੁਣੇ ਵਿਖਾਇਆ ਕਿ ਉਸ ਦਾ ਜਿਹੜਾ ਨੀ ਇੰਜਰੀ ਹੋਈ, ਉਸ ਦਾ ਲਿਗਾਮੈਂਟ ਦੁਬਾਰਾ ਪਿਆ ਹੈ ਨਾ, ਸਰਜਰੀ ਹੋਈ ਪ੍ਰੋਪਰ। ਸੋ ਜੇ ਅਸੀਂ ਗੱਲ ਕਰੀਏ ਉਸ ਟਾਈਮ ਦੇ ਉੱਤੇ ਕਿੰਨਾ ਕੁ ਵਰੀਡ ਸੀਗੇ ਤੁਸੀਂ, ਕਿੰਨਾ ਕੁ ਜ਼ਿਆਦਾ ਤੁਹਾਡੇ ਮਨ ਦੇ ਵਿੱਚ ਵਰੀ ਆਈ, ਕਿਉਂਕਿ ਇੱਕ ਮਾਂ ਹਮੇਸ਼ਾ ਆਪਣੇ ਬੱਚੇ ਦੀ ਛੋਟੀ ਜਿਹੀ ਸੱਟ ਨੂੰ ਵੀ ਬਹੁਤ ਵੱਡਾ ਦੇਖਦੀ ਹੈ। ਸੋ ਤੁਸੀਂ ਇਸ ਵੇਲੇ ਮੁਸਕਰਾ ਰਹੇ ਹੋ, ਮੈਂ ਤੁਹਾਡੇ ਤੋਂ ਵੀ ਜਵਾਬ ਚਾਹੂੰਗਾ ਕਿ ਕਿੰਨਾ ਕੁ ਜ਼ਿਆਦਾ ਪੈਂਪਰ ਕੀਤਾ ਜਾਂਦਾ ਸੀਗਾ ਭਵਰਾਜ ਨੂੰ, ਜਾਂ ਕਿੰਨਾ ਕੁ ਜ਼ਿਆਦਾ ਇਹ ਕਿ ਹੱਲਾਸ਼ੇਰੀ ਦਿੱਤੀ ਜਾਂਦੀ ਸੀ ਕਿ ਕੋਈ ਨਹੀਂ ਹੋ ਜਾਊਗਾ ਠੀਕ? ਪਹਿਲਾਂ ਤੁਸੀਂ ਦੱਸੋ। ਇਹ ਮੰਮਾ ਇਹਦੇ ਕਹਿੰਦੇ ਹੁੰਦੇ ਸੀ ਵੀ ਤੁਸੀਂ ਇਹਨੂੰ ਥੋੜ੍ਹਾ ਜਿਹਾ ਡਾਂਟਿਆ ਕਰੋ, ਪੜ੍ਹੇ ਵੀ, ਪੜ੍ਹਾਈ ਦੇ ਨਾਲ ਵੀ, ਜਾਣੀ ਕਿ ਸਪੋਰਟਸ ਦੇ ਨਾਲ ਪੜ੍ਹੇ ਵੀ ਥੋੜ੍ਹਾ। ਅਤੇ ਮੈਂ ਕੋਈ ਗੱਲ ਨਹੀਂ, ਚੱਲੀ ਜਾਂਦਾ, ਜਿੰਨਾ ਕਰਨਾ ਕਰੀ ਜਾਣਾ ਹੈ ਨਾ। ਬਾਕੀ ਸਕੂਲ ਦੀ ਸਪੋਰਟ ਹੀ, ਵੀ ਸਕੂਲ ਕਹਿੰਦਾ ਵੀ ਕੋਈ ਗੱਲ ਨਹੀਂ, ਅਸੀਂ ਜੇ ਐਕਸਟਰਾ ਜੇ ਬਾਹਰ ਖੇਡਣ ਜਾਂਦਾ ਸੀ, ਚਾਹੇ ਉਹ ਐਕਸਟਰਾ ਕਲਾਸਾਂ ਲਾ ਕੇ ਤੇ ਉਹ ਕਰਵਾ ਦਿੰਦੇ ਸੀ, ਕੋਈ ਇੱਦਾਂ ਦਾ ਨਹੀਂ ਹੈਗਾ। ਅਤੇ ਸਾਡੇ ਐਮਜੀਐਲ ਨੂੰ ਬੜੀ ਸਪੋਰਟ ਸੀ। ਅਤੇ
ਇੰਜਰੀ ਵੇਲੇ ਦੀ ਗੱਲ ਜਦੋਂ ਅਸੀਂ ਕਰੀਏ ਵੀ ਜਦੋਂ ਇੰਜਰੀ ਰਹੀ ਆ 3 ਸਾਲ ਸਰਵਾਈਵ ਕੀਤਾ ਆ ਬੱਚੇ ਨੇ, ਉਸ ਟਾਈਮ ਦੇ ਉੱਤੇ ਕਿੰਨਾ ਕੁ ਔਖਾ ਰਿਹਾ ਤੁਹਾਡੇ ਲਈ ਇਹਨੂੰ ਸੰਭਾਲਣਾ ਜਾਂ ਫਿਰ ਇਹਦਾ ਖੁਦ ਨੂੰ ਸੰਭਾਲਣਾ? ਸਰ ਬਹੁਤ ਦੁੱਖ ਹੋਇਆ ਜਦੋਂ ਇਹਦੇ 3 ਸਟੇਟ 'ਚ 골ਡ ਆਏ ਤੇ ਇਹਨੇ 3 ਨੈਸ਼ਨਲ ਸੀਗੀਆਂ ਇਹਦੀਆਂ, ਤੇ ਸਾਨੂੰ ਉਦੋਂ ਬਹੁਤ ਹੀ ਮਤਲਬ ਸਟਰੋਂਗਲੀ ਇਹ ਅੱਗੇ ਸੀਗੀ ਕਿਉਂਕਿ ਇਹਦੀ ਪ੍ਰੈਕਟਿਸ ਵੀ ਬਹੁਤ ਸੀ। ਫਿਰ ਇਹ ਆਪਣਾ ਕਰਕੇ ਆਇਆ ਸੀਗਾ 2 ਮੰਥ ਦੀ ਇਹਦੀ ਪ੍ਰੈਕਟਿਸ ਹੋਰ ਵੀ ਸੀਗੀ, ਤੇ ਉਹ ਸਾਰੀ ਲਾ ਕੇ ਆਇਆ ਸਾਰਾ। ਬਹੁਤ ਜ਼ਿਆਦਾ ਖੁਸ਼ ਸੀਗੇ ਅਸੀਂ ਵੀ ਅੱਗੇ ਜਾ ਰਿਹਾ ਆ। ਫਿਰ ਜਦੋਂ ਜਾ ਕੇ ਇਹਨਾਂ ਨੇ ਸਰ ਲੈ ਕੇ ਗਏ ਉੱਥੇ ਅਨੰਦਪੁਰ ਸਾਹਿਬ ਤੇ ਇਹਦੀ ਇੰਜਰੀ ਹੋਈ, ਫਿਰ ਬਹੁਤ ਦੁੱਖ ਹੋਇਆ। ਫਿਰ ਨਾ ਉਹ ਕਵਰ ਨਹੀਂ ਹੋ ਪਾਇਆ, ਤੇ ਫਿਰ ਬਾਅਦ 'ਚ ਡਾਕਟਰ ਕਹਿੰਦੇ ਕਿ ਆਪਰੇਸ਼ਨ ਤਾਂ ਕਰਾਉਣਾ ਹੀ ਪਏਗਾ ਹੈ ਨਾ, ਤੇ ਰੈਸਟ ਕਰਾ ਕੇ ਥੋੜ੍ਹਾ ਦੇਖ ਲੈਂਦੇ ਆ। ਫਿਰ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਸਾਰਾ ਕੁਝ ਉੱਠਦਾ ਬੈਠਦਾ ਸਾਰਾ ਕੁਝ ਠੀਕ ਆ, ਬਟ ਗੇਮ ਨਹੀਂ ਕਰ ਪਾਉਂਦਾ। ਜਦੋਂ ਬੈਠ ਕੇ ਤਕਨੀਕ ਮਾਰਦਾ, ਜਦੋਂ ਡਿਸਟ੍ਰਿਕਟ ਖੇਡ ਲੈਂਦਾ, ਸਟੇਟ ਖੇਡ ਲੈਂਦਾ, ਤੇ ਜਦੋਂ ਨੈਸ਼ਨਲ ਜਦੋਂ ਬੈਠ ਕੇ ਟੈਕਨੀਕ ਕਈ ਮਾਰਦਾ ਤੇ ਉਹ ਇਹਦੇ ਕੋਲ ਮਾਰਨੀ ਹੁੰਦੀਆਂ। ਫਿਰ ਮੈਂ ਉੱਥੇ ਸਰਜਨ ਨੂੰ ਕਿਹਾ ਸੀ, ਮੈਂ ਕਿਹਾ ਜੋ ਵੀ ਲਿਗਾਮੈਂਟ ਇੰਪੋਰਟੈਂਟ ਪਾ ਦਿਓ, ਬੈਸਟ ਪਾ ਦਿਓ ਕਿ ਜਿਹੜਾ ਖੇਡ ਪਾਵੇ, ਕਿਉਂਕਿ ਇਹਦੇ ਸਟਾਰਟਿੰਗ ਤੋਂ ਹੀ ਛੋਟੇ ਹੁੰਦੇ ਤੋਂ ਹੀ ਇਹ ਗੇਮ ਕਰ ਰਿਹਾ, ਤੇ ਅਸੀਂ ਚਾਹੁੰਦੇ ਹਾਂ ਵੀ ਇਹ ਗੇਮ 'ਚ ਬਹੁਤ ਅੱਗੇ ਜਾਏ। ਜੇ ਅਸੀਂ ਗੱਲ ਕਰੀਏ ਹੁਣ ਮੇਨ ਮੁੱਦੇ ਦੀ ਕਿ ਇੰਜਰੀ ਹੋਈ, ਇੰਜਰੀ ਨੂੰ ਰਿਕਵਰ ਵੀ ਕੀਤਾ, ਪਰ ਇਸ ਸਾਰੇ ਦੇ ਉੱਤੇ ਖਰਚਾ ਕਿੰਨਾ ਆ ਗਿਆ, ਮੋਨੀਟਰੀ ਕਿੰਨਾ ਕੁ ਨੁਕਸਾਨ ਹੋਇਆ, ਜਾਂ ਕਿਸ ਤਰੀਕੇ ਦੇ ਨਾਲ ਕਿਸੇ ਨੇ ਸਪੋਰਟ ਕੀਤੀ, ਗਵਰਨਮੈਂਟ ਨੇ ਸਪੋਰਟ ਕੀਤੀ, ਸਪੋਰਟਸ ਡਿਪਾਰਟਮੈਂਟ ਨੇ ਸਪੋਰਟ ਕੀਤੀ ਹੋਵੇ, ਕਿੰਨਾ ਖਰਚਾ ਆਇਆ? ਨਹੀਂ ਜੀ, ਸਪੋਰਟ ਤਾਂ ਸਾਨੂੰ ਆਪਾਂ ਆਪ ਹੀ ਕਰਨਾ ਪਿਆ। ਉੱਤੋਂ ਕਰੋਨਾ ਸੀ, ਤੇ ਕਰੋਨਾ ਦੇ ਬਾਵਜੂਦ ਵੀ ਫਿਰ ਅਸੀਂ ਕਿਹਾ ਵੀ ਫ੍ਰੀ ਹੈ ਕੰਮ, ਕੋਈ ਹੈ ਨਹੀਂ, ਅਸੀਂ ਵੀ ਫ੍ਰੀ ਸੀ, ਤੇ ਮੋਸਟਲੀ ਸਾਡੇ ਕੋਲ ਟਾਈਮ ਹੈਗਾ ਹੈ। ਤੇ ਖਰਚਾ ਸਾਡਾ ਅਪਰੋਕਸੀਮੇਟਲੀ 3-3.25 ਲੱਖ ਰੁਪਏ ਦੇ ਲਗਭਗ ਖਰਚਾ ਆ ਗਿਆ ਹੈ ਸਾਰਾ। ਲਿਗਾਮੈਂਟ ਤੇ ਇੱਕ ਹੋਰ ਨਾਲ ਪਿਆ ਸੀ, ਤੇ ਟੋਟਲ ਫੀਸਾਂ ਫੂਸਾਂ ਪਾ ਕੇ ਤੇ 3.25 ਦੇ ਲਗਭਗ ਖਰਚਾ ਆ ਗਿਆ। ਸੋ ਇਸ ਵੇਲੇ ਪਵਰਾਜ ਦੇ ਦਾਦਾ ਜੀ ਤੇ ਨਾਨੀ ਵੀ ਇੱਥੇ ਮੌਜੂਦ ਨੇ। ਮੈਂ ਇਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ ਹਾਂ ਕਿ ਸਭ ਤੋਂ ਪਹਿਲਾਂ ਦਾਦਾ ਜੀ ਤੁਸੀਂ ਦੱਸੋ ਵੀ ਕਿਸ ਤਰ੍ਹਾਂ ਦਾ ਫੀਲ ਕਰਦੇ ਹੋ ਜਦੋਂ ਪਵਰਾਜ ਮੈਡਲ ਲੈ ਕੇ ਆਉਂਦਾ ਆ ਕੇ ਨਾਮ ਰੋਸ਼ਨਾਉਂਦਾ ਆ, ਤੁਹਾਡਾ ਵੀ, ਪਰਿਵਾਰ ਦਾ ਵੀ, ਸ਼ਹਿਰ ਦਾ ਵੀ, ਪੰਜਾਬ ਦਾ ਵੀ। ਸੋ ਕਿੱਦਾਂ ਦਾ ਮਹਿਸੂਸ ਕਰਦੇ ਹੋ? ਸਾਨੂੰ ਇਹ ਸੁਣ ਕੇ ਬੜੀ ਮੈਂ ਤਾਂ ਬਾਹਰ ਰਹਿਣਾ, ਦਿੱਲੀ ਸਰਵਿਸ ਕਰਦਾ, ਫਿਰ ਮੈਨੂੰ ਫੋਨ ਗਿਆ ਵੀ ਇੱਦਾਂ ਕਰਕੇ ਮੈਡਲ ਲਿਆ, ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ। ਪਰ ਅਸੀਂ ਇਹ ਰਿਕੁਐਸਟ ਕਰਦੇ ਹਾਂ ਸਟੇਟ ਗੌਰਮੈਂਟ ਨੂੰ ਵੀ ਕੁਛ ਨਾ ਕੁਛ ਇਹਨਾਂ ਦੇ ਖੁਰਾਕ ਪ੍ਰੋਵਾਈਡ ਕਰੇ, ਕੁਝ ਪੇਮੈਂਟ ਦੇ, ਜੋ ਕਿ ਬੱਚੇ ਦਾ ਹੌਸਲਾ ਅੱਗੇ ਵਧੇ, ਜੋ ਅੱਗੇ ਨੈਸ਼ਨਲ ਇੰਟਰਨੈਸ਼ਨਲ ਖੇਲੇ। ਅਤੇ ਇਸ ਕਰਕੇ ਅਸੀਂ ਗੌਰਮੈਂਟ ਕੇ ਰਿਕੁਐਸਟ ਕਰਦੇ ਹਾਂ ਵੀ ਕੁਛ ਇਹਨਾਂ ਦਾ ਅੱਗੇ ਕੋਈ ਖੁਰਾਕ ਵਾਸਤੇ ਪੈਸਾ ਦੇ ਜਾਂ ਖੇਲਣ ਵਾਸਤੇ ਪੈਸਾ ਦੇ, ਅਤੇ ਉਹ ਅਸੀਂ ਰਿਕੁਐਸਟ ਕਰਦੇ ਹਾਂ। ਬਾਕੀ ਅਸੀਂ ਸਾਨੂੰ ਬੱਚੇ 'ਤੇ ਬਹੁਤ ਮਾਣ ਆ, ਅਸੀਂ ਚਾਹੁੰਦੇ ਹਾਂ ਵੀ ਅੱਗੇ ਇੰਟਰਨੈਸ਼ਨਲ ਵੀ ਖੇਲੇ। ਸੋ ਇਸ ਵੇਲੇ ਤੁਸੀਂ ਅੱਖਾਂ ਦੇ ਵਿੱਚ ਹੰਝੂ ਭਰ ਲਏ ਨੇ, ਕੀ ਨਾਮ ਹੈ ਤੁਹਾਡਾ? ਸੁਖਵੰਤ ਕੌਰ। ਸੁਖਵੰਤ ਕੌਰ ਜੀ, ਅਥਰੂ ਕਿਉਂ ਆ ਰਹੇ ਨੇ ਅੱਖਾਂ ਦੇ ਵਿੱਚ? ਖੁਸ਼ੀ ਨਾਲ ਹੀ ਆ ਰਹੇ ਆ ਵੀਰੇ, ਖੁਸ਼ੀ ਨਾਲ ਆ ਰਹੇ। ਸੋ ਜਦੋਂ ਇਹ ਮੈਡਲ ਜਿੱਤ ਕੇ ਆਉਂਦਾ ਆ, ਖਾਸ ਤੌਰ ਤੇ ਜੂਡੋ ਵਰਗੀ ਗੇਮ ਦੇ ਵਿੱਚ, ਸੈਂਬੋ ਵਰਗੀ ਗੇਮ ਦੇ ਵਿੱਚ, ਜੋ ਕਿ ਇੱਕ ਫਾਈਟ ਬੇਸਡ ਗੇਮ ਹੈ ਨਾ, ਕਿੱਦਾਂ ਦਾ ਮਹਿਸੂਸ ਕਰਦੇ ਹੋ? ਡਰ ਨਹੀਂ ਲੱਗਦਾ? ਕੁਛ ਨਹੀਂ ਆ, ਅਰਦਾਸਾਂ ਕਰਨੀਆਂ ਮਹਾਰਾਜ ਗਾੜੀ, ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਿਓ। ਜਿੰਨੇ ਜਦੋਂ ਤੋਂ ਜਾਂਦਾ ਉਦੋਂ ਤੋਂ ਅਰਦਾਸਾਂ ਕਰਦੀ, ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਿਓ ਤੇ ਬੱਚਾ ਮੇਰਾ ਖੇਡ ਕੇ ਆਵੇ ਤੇ ਜਿੱਤ ਕੇ ਆਵੇ, ਤੇ ਮਹਾਰਾਜ ਵੱਡੀਆਂ ਵੱਡੀਆਂ ਉਮਰਾਂ ਕਰੇ। ਖੁਸ਼ ਹੋ ਜਾਂਦੀ, ਬਹੁਤ ਖੁਸ਼ੀ ਹੁੰਦੀ ਮੈਨੂੰ। ਤੇ ਤੁਸੀਂ ਵੀ ਬੈਠੇ ਹੋ ਨਾਲ, ਤੁਹਾਡੇ ਵੀ ਅੱਖਾਂ ਦੇ ਵਿੱਚ ਹਲਕੇ ਹਲਕੇ ਹੰਝੂ ਆ ਰਹੇ ਨੇ। ਇਹ ਹੰਝੂ ਖੁਸ਼ੀ ਦੇ ਨੇ ਜ਼ਾਹਿਰ ਹੈ, ਪਰ ਕਿੱਦਾਂ ਦਾ ਮਹਿਸੂਸ ਕਰਦੇ ਹੋ? ਨਾਮ ਕੀ ਹੈ ਤੁਹਾਡਾ? ਸੁਖਦਰਸ਼ਨ ਕੌਰ। ਸੁਖਦਰਸ਼ਨ ਕੌਰ। ਕਿੱਦਾਂ ਦਾ ਮਹਿਸੂਸ ਕਰਦੇ ਹੋ ਜਦੋਂ ਗੋਲਡ ਜਿੱਤ ਕੇ ਲਿਆਉਂਦਾ ਹੈ ਜਾਂ ਕਿਤੇ ਵੀ ਜਿੱਤ ਕੇ ਆਉਂਦਾ ਆ ਤੇ ਬਾਅਦ ਚੋਂ ਇਹ ਸੁਣਨ ਨੂੰ ਮਿਲਦਾ ਕਿ ਹਾਂ ਸਾਡਾ ਪੋਤਾ, ਸਾਡਾ ਦੋਤਾ, ਸਾਡਾ ਬੇਟਾ ਜਿੱਤ ਕੇ ਆਇਆ? ਹਾਂਜੀ, ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਇਹ ਪਤਾ ਲੱਗਦਾ ਵੀ ਖੇਡਣ ਗਿਆ ਵਾ, ਅਤੇ ਜਦੋਂ ਖੇਡ ਕੇ ਆਇਆ ਸੀ ਦੱਸਿਆ ਇਹਨਾਂ ਨੇ ਵੀ ਇਹ ਮੈਡਲ ਜਿੱਤ ਕੇ ਲੈ ਕੇ ਆਇਆ, ਅਤੇ ਸਾਨੂੰ ਬਹੁਤ ਖੁਸ਼ੀ ਹੋਈ ਵੀ ਬਹੁਤ ਵਧੀਆ ਲੱਗਿਆ ਵੀ ਚੱਲ ਸਾਡਾ ਬੇਟਾ ਵਾ, ਸਾਡਾ ਦੋਤਾ ਵਾ, ਵੀ ਅੱਗੇ ਜਾਏਗਾ, ਚਲੋ ਅੱਗੇ ਵਧੀਆ ਰਹੇਗਾ, ਖੇਡੇਗਾ। ਸੋ ਹੁਣ ਗੱਲਬਾਤ ਕਰਦੇ ਹਾਂ ਦੁਬਾਰਾ ਪਵਰਾਜ ਦੇ ਨਾਲ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਜਰਨੀ ਹੈ ਉਹ ਸ਼ੁਰੂ ਕਰਕੇ ਵਾਪਸ ਅਸੀਂ ਇੰਜਰ ਹੋਏ ਇੱਕ ਵਾਰ, ਹੈ ਨਾ, 3 ਸਾਲ ਦਾ ਗੈਪ ਪਿਆ, ਉਸ ਤੋਂ ਬਾਅਦ ਦੁਬਾਰਾ ਆਪਾਂ ਇਸ ਚੀਜ਼ ਨੂੰ ਕੰਟੀਨਿਊ ਕੀਤਾ। ਕਿੱਦਾਂ ਦਾ ਲੱਗਦਾ ਹੈ ਹੁਣ ਵੀ ਹਾਂ ਸਾਰਿਆਂ ਨੂੰ ਇੱਕ ਕਿੰਨੇ ਕੁ ਹੇਟਰਸ ਕਿੰਨੇ ਕੁ ਸੀਗੇ ਜਿਹੜੇ ਇਹ ਕਹਿੰਦੇ ਸੀਗੇ ਕਿ ਹੁਣ ਤੇਰੇ ਤੋਂ ਹੋਣਾ ਨਹੀਂ ਹੈ ਜਾਂ ਹੁਣ ਬਸ ਕਰ, ਇਸ ਤੋਂ ਅੱਗੇ ਨਹੀਂ ਜਾਣਾ?
ਹੇਟਰਸ ਤੇ ਜੀ ਇੱਦਾਂ ਦੇ ਕੋਈ ਨਹੀਂ ਸੀਗਾ ਹੇਟਰਸ ਤੇ ਕਹਿਣ ਵਾਲੀ ਸਪੋਰਟ ਮੈਨੂੰ ਮੇਰੇ ਫਰੈਂਡਸ, ਮੇਰੇ ਸਰ, ਮੇਰੇ ਪੇਰੈਂਟਸ ਤੇ ਪੇਰੈਂਟਸ ਵੱਲੋਂ ਤੇ ਇੰਨਾ ਸਪੋਰਟ ਸੀਗਾ ਕਿ ਕੋਈ ਗੱਲ ਨਹੀਂ, ਕਹਿੰਦੇ ਕੋਈ ਗੱਲ ਨਹੀਂ, ਸਾਰਾ ਹੋ ਜੂ ਠੀਕ। ਤੇ ਬਾਕੀ ਜੀ ਮੇਨ ਤੇ ਹੈਗਾ ਕਿ ਰੱਬ ਵੱਲੋਂ ਆ, ਉਹਨੇ ਚਾਹਿਆ ਤੇ ਖੇਡਿਆ ਵਾ, ਨਹੀਂ ਤੇ ਕਿੱਥੇ ਕੋਈ ਖੇਡ ਸਕਦਾ। ਤੇ ਉੱਦਾਂ ਦੁੱਖ ਹੁੰਦਾ ਸੀ ਜਦੋਂ ਕਿ ਹੋ ਗਈ ਸੀ ਇੰਜਰੀ, ਕਿ ਇੰਨੇ ਸਾਲਾਂ ਦੀ ਮਿਹਨਤ, ਘੱਟੋ ਘੱਟ ਵੀ 10 ਸਾਲ ਦੀ ਮਿਹਨਤ ਤੇ ਪਾਣੀ ਜਾਣੀ ਆ, ਕਿ ਕੋਈ ਉਹਦਾ ਫਾਇਦਾ ਨਹੀਂ ਹੋਣਾ, ਕਿ ਇੰਜਰੀ ਆ ਗਈ ਆ। ਤੇ ਉੱਦਾਂ ਫਿਰ ਕਹਿੰਦੇ ਆ ਨਾ ਕਿ ਹਾਂ ਇੰਜਰੀ ਆ ਗਈ ਤੇ ਬੰਦਾ ਖਤਮ ਆ, ਉਹਦਾ ਕੁਝ ਹੋ ਨਹੀਂ ਸਕਦਾ। ਮੈਡਲ ਇੱਕ ਨੈਸ਼ਨਲ ਦਾ ਲੈ ਕੇ ਕੀ ਕਰਨਾ ਮੈਂ ਨਾ ਹੈ ਹੀ ਨਹੀਂ, ਮੇਰਾ ਉਹ ਹੈ ਹੀ ਨਹੀਂ ਮੋਟਿਵ। ਮੇਰਾ ਮੋਟਿਵ ਹੈਗਾ ਕਿ ਇੰਟਰਨੈਸ਼ਨਲੀ, ਕਾਮਨਵੈਲਥ, ਵਰਲਡ ਚੈਂਪੀਅਨਸ਼ਿਪ, ਓਲੰਪਿਕ, ਇੱਥੋਂ ਤੱਕ ਜਾਣਾ। ਇਹ ਤਾਂ ਮੇਰਾ ਹਜੇ ਪਹਿਲਾ ਸਟੈਪ ਲਾ ਲਓ ਕਿ ਪਹਿਲਾ ਸਟੈਪ ਲੈ ਲਿਆ, ਹਜੇ ਮੈਂ ਪੌੜੀ 'ਤੇ ਚੜ੍ਹਿਆ। ਤੇ ਮੈਨੂੰ ਛੋਟੇ ਹੁੰਦੇ ਨਹੀਂ ਕੋਈ ਰਿਹਾ ਕਿ ਮੈਂ ਮੈਡਲ ਲੈਣਾ, ਮੈਂ ਉਦੋਂ ਸ਼ੌਂਕ ਹੀ ਇੰਨਾ ਸੀਗਾ ਕਿ ਖੇਡਣਾ ਵਾ, ਜਾਣਾ, ਕਦੀ ਹਰਿਆਣੇ ਹੋਣਾ ਕੰਪੀਟੀਸ਼ਨ, ਕਦੀ ਇੰਦੌਰ, ਕਦੀ ਕਿਤੇ। ਸਰ ਮੇਰੇ ਨਾਲ ਅਵਨੀ ਸ਼ਰਮਾ ਸਰ, ਉਹਨਾਂ ਨਾਲ ਮੈਂ ਸ਼ੁਰੂ ਤੋਂ, ਮੈਨੂੰ ਲਾ ਲਓ ਕਿ ਘੱਟੋ ਘੱਟ ਹੁਣ 13-14 ਸਾਲ ਹੋ ਗਏ ਆ ਸਰ ਦੇ ਨਾਲ ਹੀ ਜੁੜਿਆ। ਕਿੰਨੇ ਸਰਾਂ ਕੋਲ ਮੈਂ ਗਿਆ, ਕਿੰਨੇ ਸਰਾਂ ਦੇ ਨਾਲ, ਕਿਉਂਕਿ ਕੈਂਪ 'ਚ ਮਿਲਦੇ ਆ, ਕੋਈ ਕਿਤੇ ਮਿਲਦਾ, ਨੈਸ਼ਨਲ 'ਚ ਮਿਲਦੇ ਆ ਕਿ ਸਾਡੇ ਕੋਲ ਆ ਜਾਓ, ਅਸੀਂ ਆਪਣੀ ਅਕੈਡਮੀ 'ਚ ਕਰਦੇ ਹਾਂ, ਤੁਹਾਨੂੰ ਫ੍ਰੀ ਤੁਹਾਨੂੰ ਪੜ੍ਹਾਈ ਦਿੰਦੇ ਆ, ਇੱਦਾਂ ਦਿੰਦੇ ਆ। ਬਟ ਉਹ ਦੇ ਕੇ ਵੀ ਉਹ ਚੀਜ਼ ਨਹੀਂ ਆਉਂਦੀ ਜਿਹੜੀ ਇੱਕ ਐਕਸਪੀਰੀਅੰਸ ਕੋਚ ਤੋਂ ਹੁੰਦੀ ਆ। ਅਤੇ ਕੋਚ ਨੇ ਮੇਨ ਗੱਲ, ਕੋਚ ਇੱਕ ਚੱਕਣ ਵਾਲਾ ਸਾਨੂੰ ਕੋਚ ਸੀਗਾ ਕਿ ਹਾਂ ਇੱਕ ਛੋਟੇ ਸਾਨੂੰ ਕਿਤੇ ਸਾਡੇ ਉੱਦਾਂ ਹੀ ਇੱਕ ਪੈਸ਼ਨ ਨੂੰ ਕਨਵਰਟ ਕਰਤਾ ਇੱਕ ਸਪੋਰਟਸ ਦੇ ਵਿੱਚ। ਉਹ ਸਰ ਨੇ ਦੇਖਿਆ, ਹੋਰ ਕਿਸੇ ਨੇ ਤਾਂ ਸਾਨੂੰ ਉਹਦਾ ਕੀ, ਆਪਾਂ 10ਵੀਂ ਤੋਂ ਬਾਅਦ ਛੱਡ ਕੇ ਤੇ ਆਪਾਂ ਉਹੀ ਸਿੰਪਲ ਜੋ ਕਰਦੇ ਆ ਅੱਜ ਕੱਲ੍ਹ ਦਾ ਪੰਜਾਬ ਦਾ ਯੂਥ ਤੇ ਜਾ ਹੀ ਬਾਹਰ ਰਿਹਾ, ਆਪਾਂ ਵੀ ਚੱਲ ਜਾਣਾ ਸੀਗਾ। ਬੜੀ ਸੋਹਣੀ ਗੱਲ ਕੀਤੀ ਤੁਸੀਂ ਕਿ ਪੰਜਾਬ ਦਾ ਯੂਥ ਜਿਹੜਾ ਹੈ ਸਿਰਫ ਬਾਹਰ ਹੀ ਜਾ ਰਿਹਾ ਹੈ। ਕੀ ਲੱਗਦਾ ਤੁਹਾਨੂੰ ਕਿ ਕਿਸ ਤਰੀਕੇ ਦੇ ਨਾਲ ਰੋਕਿਆ ਜਾ ਸਕਦਾ ਹੈ, ਜਾਂ ਕਿਸ ਤਰੀਕੇ ਦੇ ਨਾਲ ਇਸ ਜਿੰਨਾ ਵੀ ਆਪਣਾ ਯੂਥ ਆ ਉਸ ਨੂੰ ਮੋਟੀਵੇਟ ਕੀਤਾ ਜਾ ਸਕਦਾ ਹੈ ਕਿ ਉਹ ਸਪੋਰਟਸ, ਜਾਂ ਹੋਰ ਵੀ ਕਈ ਇੱਥੇ ਜਨਰੇ ਨੇ, ਹੋਰ ਵੀ ਕਈ ਇੱਥੇ ਅਦਾਰੇ ਨੇ ਜਿਨ੍ਹਾਂ ਦੇ ਵਿੱਚ ਉਹ ਅੱਗੇ ਵੱਧ ਸਕਦੇ ਆ, ਹੋਰ ਵੀ ਕਈ ਕਿੱਤੇ ਨੇ। ਸੋ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਬੱਚਿਆਂ ਨੂੰ ਜਿਨ੍ਹਾਂ ਦੀ ਸਿਰਫ ਸੋਚ ਇਹ ਬਣ ਚੁੱਕੀ ਹੈ ਕਿ ਬਾਹਰ ਜਾ ਕੇ ਹੀ ਸੈਟਲ ਹੋਣਾ ਆ? ਅਸੀਂ ਸਰ ਮੈਂ ਤਾਂ ਇੱਦਾਂ ਦੇ ਪਲੇਅਰ ਦੇਖੇ ਆ ਕਿ ਲਾਈਕ ਓਲੰਪਿਕ ਤੱਕ ਅਗਲੇ ਆਰਾਮ ਨਾਲ ਜਾ ਸਕਦੇ ਆ, ਬਟ ਕੀ ਆ ਕਿ ਇਨੀਸ਼ੀਅਲੀ ਉਹਨਾਂ ਨੂੰ ਸਪੋਰਟ ਨਹੀਂ ਹੈਗੀ, ਘਰੋਂ ਥੋੜ੍ਹੇ ਠੀਕ ਠਾਕ ਆ ਕਿ ਘਰ ਦੇ ਨਹੀਂ ਇੰਨੇ ਸਪੋਰਟ ਦੇ ਰਹੇ ਜਾਂ ਗਵਰਨਮੈਂਟ ਨਹੀਂ ਦੇ ਰਹੀ, ਅਤੇ ਉਹਦੇ ਕਰਕੇ ਉਹ ਥੱਲੇ ਬਹਿ ਰਹੇ ਆ, ਅਤੇ ਉਹਦੇ ਕਰਕੇ ਹੀ ਇਹ ਮੈਡਲ ਨਹੀਂ ਆ ਰਹੇ। ਜੇ ਗਵਰਨਮੈਂਟ ਥੋੜ੍ਹਾ ਜਿਹਾ ਵੀ ਮੈਂ ਕਹਿੰਦਾ ਹੱਥ ਦੇ ਦੇ ਨਾ, ਕਿ ਪੰਜਾਬ 'ਤੇ ਮੈਂ ਕਹਿੰਦਾ ਇੱਦਾਂ ਸੋਨਿਆਂ ਦੇ ਮੈਡਲਾਂ ਦੀ ਬਾਰਿਸ਼ ਹੋ ਜਾਏ, ਇੱਦਾਂ ਦਾ ਪੰਜਾਬ ਆ ਕਿ ਇੰਨੇ ਪਲੇਅਰ ਆ ਇੱਥੇ, ਇੰਨੇ ਨੇ ਵਧੀਆ ਪਲੇਅਰ ਆ ਕਿ ਕੋਈ ਕਹਿਣ ਦੀ ਗੱਲ ਨਹੀਂ ਆ। ਸੋ ਮਤਲਬ ਕਿਤੇ ਨਾ ਕਿਤੇ ਟੈਲੈਂਟ ਭਰਪੂਰ ਹੈ, ਪਰ ਇੱਥੇ ਮੁੱਲ ਨਹੀਂ ਪੈਂਦਾ। ਮੈਂ ਟੈਲੈਂਟ ਆ ਵੀ ਮੁੱਲ ਸਾਡਾ ਮੇਰਾ ਵੀ ਥੋੜ੍ਹਾ ਤਾਂ ਕਿ ਕੋਚ ਮੇਰੇ ਨਾਲ ਸੀਗੇ, ਉਹਨਾਂ ਨੂੰ ਪਤਾ ਸੀਗਾ ਕੀ ਕਰਨਾ ਵਾ, ਕਿੱਦਾਂ ਕਰਨਾ ਵਾ। ਹੁਣ ਇੱਕ ਬੱਚੇ ਦੇ ਤੁਸੀਂ ਆਪ ਦਿਮਾਗ 'ਚ ਪਾ ਲਓ ਕਿ ਹਾਂ ਇੱਕ ਬੱਚੇ ਨੂੰ ਕੀ ਪਤਾ ਕਿ ਉਹਨੇ ਕਿੱਥੇ ਜਾਣਾ, ਕੀ ਕਰਨਾ, ਕੁਛ ਨਹੀਂ ਪਤਾ ਹੁੰਦਾ। ਮੇਨ ਕੋਚ, ਆਪਣੇ ਪੇਰੈਂਟਸ ਅਤੇ ਜਿਹੜੇ ਯਾਰ ਦੋਸਤ ਨਾਲ ਦੇ ਹੁੰਦੇ ਆ, ਉਹਨਾਂ ਨਾਲ ਉਹ ਸਪੋਰਟ ਕਰਦੇ ਆ, ਉਹ ਕਹਿੰਦੇ ਆ, ਇੰਕਰੇਜ ਕਰਦੇ ਆ, ਅਤੇ ਫਿਰ ਅਗਲਾ ਬੰਦਾ ਅੱਗੇ ਜਾਂਦਾ। ਉੱਦਾਂ ਕੁਛ ਨਹੀਂ ਹੋ ਸਕਦਾ, ਮੈਂ ਕਹਿੰਦਾ ਇਕੱਲਾ ਬੰਦਾ ਕੁਛ ਨਹੀਂ ਕਰ ਸਕਦਾ। ਹੁਣ ਜੇ ਗੱਲ ਕਰੀਏ ਆਪਾਂ ਆਖਰੀ ਤੌਰ ਦੇ ਉੱਤੇ ਕਿ ਭਵਰਾਜ ਦੀ ਟ੍ਰੇਨਿੰਗ ਸੈਸ਼ਨ ਜਿਹੜੀ ਹੁੰਦੀ ਆ ਉਹ ਕੀ ਰਹਿੰਦੀ ਹੈ, ਜੋ ਪ੍ਰੈਕਟਿਸ ਕਰਦਾ ਆ, ਕਿਸ ਤਰੀਕੇ ਨਾਲ ਪ੍ਰੈਕਟਿਸ ਕਰਦਾ ਆ, ਵੇਟ ਟ੍ਰੇਨਿੰਗ ਕਰਦਾ ਆ, ਕਾਰਡੀਓ ਕਰਦਾ ਆ, ਜਾਂ ਸਿਰਫ ਮੂਵਸ ਹੀ ਪ੍ਰੈਕਟਿਸ ਕਰਦਾ ਹੈ? ਜੀ ਮੂਵਸ ਦੀ ਤਾਂ ਇੱਦਾਂ ਦੀ ਗੱਲ ਆ ਕਿ ਲਾਈਕ 3rd ਸਟੈਂਡਰਡ ਤੋਂ ਆਪਾਂ ਮੂਵਸ ਹੀ ਕਰਦੇ ਆ ਰਹੇ ਹਾਂ, 9th 10th ਤੱਕ ਸਾਨੂੰ ਇੰਨੇ ਕੁ ਮੂਵਸ ਕਰਾ ਛੱਡੇ ਆ ਕਿ ਹੁਣ ਦਿਮਾਗ 'ਚੋਂ ਜਾਂਦੇ ਹੀ ਨਹੀਂ। ਹੁਣ ਸਾਨੂੰ ਸਿਰਫ ਲੋੜ ਆ ਕਿ ਸਾਡਾ ਸਟੈਮੀਨਾ ਰਿਕਵਰ ਹੋ ਜੇ ਅਤੇ ਸਾਡਾ ਸਟੈਮੀਨਾ ਮਸਲ ਸਟੈਮੀਨਾ ਬਣ ਜੇ। ਉਹਦੇ ਲਈ ਆਪਾਂ ਜਾਂਦੇ ਹਾਂ ਸਵੇਰੇ ਗੁਰੂ ਗੋਬਿੰਦ ਸਿੰਘ ਸਟੇਡੀਅਮ, ਇੱਥੇ ਜਲੰਧਰ 'ਚ ਆ, ਚੁਨਮੁਨ ਦੇ ਲਾਗੇ, ਅਤੇ ਉੱਥੇ ਜਾਂਦੇ ਹਾਂ, ਕਰਦੇ ਪਹਿਲਾਂ ਜਾ ਕੇ ਅਤੇ ਸਰ ਦੀ ਵੇਟ ਕਰਦੇ ਹਾਂ। ਜਦੋਂ ਸਾਰੇ ਪਲੇਅਰ ਇਕੱਠੇ ਹੋ ਜਾਂਦੇ ਆ ਫਿਰ ਆਪਾਂ ਰਨਿੰਗ ਕਰਦੇ ਹਾਂ, ਫਿਰ 3-4 ਕਿਲੋਮੀਟਰ ਰਨਿੰਗ ਕਰਕੇ ਫਿਰ ਆਪਣਾ ਸਰਕਿਟ ਟ੍ਰੇਨਿੰਗ ਕਰਦੇ ਹਾਂ, ਸਟਰੈਚਿੰਗ ਜਿਹੜੀ ਬੇਸਿਕ, ਇਹ ਹਰ ਗੇਮ 'ਚ ਬੇਸਿਕ ਆ, ਰਨਿੰਗ, ਸਰਕਿਟ ਟ੍ਰੇਨਿੰਗ। ਫਿਰ ਉਸ ਤੋਂ ਬਾਅਦ ਆਪਾਂ ਕੰਡੀਸ਼ਨਿੰਗ ਕਰਦੇ ਹਾਂ, ਫਿਰ ਆਪਣਾ ਸਰ ਕਿਟਸ ਪਵਾਉਂਦੇ ਸਾਨੂੰ ਆਪਣੀਆਂ ਜੂਡੋ ਦੀਆਂ ਅਤੇ ਸੈਂਬੋ ਦੀਆਂ, ਅਤੇ ਉਹ ਪਾ ਕੇ ਅਤੇ ਫਿਰ ਆਪਾਂ ਆਪਣੀ ਉਚਕੂਮੀ ਜਿਹੜੀ ਤੁਸੀਂ ਕਹਿ ਰਹੇ ਹੋ ਟੈਕਨੀਕਸ, ਉਹ ਪ੍ਰੈਕਟਿਸ, ਜਿਹੜੇ ਬੱਚੇ ਨਵੇਂ ਆ ਜਾਂ ਫਿਰ ਉਹਨਾਂ ਨੂੰ ਫਿਰ ਸਰ ਕਹਿੰਦੇ ਆ ਕਿ ਸਿਖਾਓ ਉਹਨਾਂ ਨੂੰ, ਕਿਉਂਕਿ ਉਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਅੱਗੇ, ਕਹਿੰਦੇ ਅੱਗੇ ਮੇਨ ਆਪਣਾ ਵੰਡੋ, ਜੋ ਵੀ ਤੁਹਾਡੇ ਕੋਲ ਹੈਗਾ ਨਾ ਐਕਸਪੀਰੀਅੰਸ ਆ, ਕੁਛ ਵੀ ਆ, ਅੱਗੇ ਦੱਸੋ ਕਿ ਕੀ ਆ, ਕਿੱਦਾਂ ਵਾ। ਕਿਉਂਕਿ ਇੱਕ ਉੱਦਾਂ ਦੇਖ ਕੇ ਚੀਜ਼ ਹੋਰ ਆ, ਇੱਕ ਜਿਹੜੀ ਚੀਜ਼ 'ਚ ਉਤਰ ਕੇ ਵੇਖਣਾ ਉਹ ਚੀਜ਼ ਹੋਰ ਆ। ਉਹ ਬਾਅਦ 'ਚ ਪਤਾ ਲੱਗਦਾ ਜਦੋਂ ਬੰਦਾ ਉਸ ਚੀਜ਼ 'ਚ ਉਤਰਦਾ
ਕੋਈ ਕਵੇ ਕਿ ਹਾਂ ਇਹ ਤੇ ਮੈਂ ਅੱਧਾ ਫੜ ਕੇ ਤੇ ਮੈਂ ਮਾਰ ਦੂੰ, ਉਹ ਗੱਲ ਆਪਾਂ 10-10 ਸਾਲ ਟ੍ਰੇਨਿੰਗ ਕਰਕੇ ਉਹ ਚੀਜ਼ ਆਪਾਂ ਪਰਫੈਕਸ਼ਨ ਕਰੀਦੀ ਆ ਤੇ ਕੋਈ ਆ ਕੇ ਇੱਦਾਂ ਕਹਿ ਦੇ ਕਿ ਆਪਾਂ ਉੱਦਾਂ ਮਾਰ ਦੂੰ, ਇੱਦਾਂ ਹੋ ਨਹੀਂ ਸਕਦਾ। ਤਾਂ ਕਰਕੇ ਮੈਂ ਤੇ ਹਰ ਵਾਰ ਕਹਿਣਾ ਕਿ ਹਰ ਇੱਕ ਬੱਚੇ ਨੂੰ ਇਨਕਰੇਜ ਕਰਦਾ ਕਿ ਸਪੋਰਟਸ ਵੱਲ ਜਾਓ। ਇੱਦਾਂ ਨਹੀਂ ਮੈਂ ਕਹਿ ਰਿਹਾ ਕਿ ਪੜ੍ਹਾਈ ਛੱਡੋ ਜਾਂ ਕੁਛ ਕਰੋ, ਮੈਂ ਵੀ ਕੀਤਾ, ਨਾਲ ਪੜ੍ਹਾਈ ਵੀ ਕਰਦੇ ਰਹੋ, ਆਪਣਾ ਸਪੋਰਟਸ ਵੱਲ ਧਿਆਨ ਦਿਓ, ਇੱਕ ਪੈਸ਼ਨ ਬਣਾ ਲਓ ਆਪਣਾ, ਆਪਣੇ ਪੈਸ਼ਨ ਨੂੰ ਕਰੋ ਫੋਲੋ। ਮੈਂ ਕਹਿੰਦਾ ਸਾਰੇ ਉਹ ਪੈਸ਼ਨ ਜੇ ਫੋਲੋ ਕਰੋਗੇ ਤੁਸੀਂ ਸਕਸੈਸ ਪਾਓਗੇ। ਜਿਹੜਾ ਤੁਹਾਡਾ ਜੇ ਅਸੀਂ ਹੁਣ ਗੱਲ ਕਰੀਏ ਪੈਸ਼ਨ ਦੀ ਗੱਲ ਤੁਸੀਂ ਕੀਤੀ, ਪੜ੍ਹਾਈ ਵੀ ਨਾਲ ਕਰਨੀ ਚਾਹੀਦੀ, ਬਹੁਤ ਜ਼ਰੂਰੀ ਹੈ। ਖਾਣ ਪੀਣ ਦਾ ਕਿੰਨਾ ਕੁ ਧਿਆਨ ਰੱਖਦੇ ਹੋ, ਡਾਈਟ ਦਾ ਕਿੰਨਾ ਕੁ ਧਿਆਨ ਰੱਖਦੇ ਹੋ, ਜਾਂ ਫਿਰ ਜੋ ਆਉਂਦਾ ਉਹੀ ਚੱਲਿਆਗਾ? ਸ਼ੁਰੂ 'ਚ ਤੇ ਜੀ ਛੋਟੇ ਹੁੰਦੇ ਤੇ ਸਾਡੇ ਕੋਚ ਨੇ ਇੱਦਾਂ ਹੀ ਸਮਝਾਇਆ, ਕਹਿੰਦੇ ਕਿ ਜੋ ਆਂਦਾ ਖਾਈ ਜਾਓ, ਤੁਸੀਂ ਕਹਿੰਦੇ ਕੋਈ ਡਾਈਟਿੰਗ ਕੋ ਵੇਖਣਾ ਨਹੀਂ। ਕਈ ਕੋਚਿਸ ਮੈਂ ਵੇਖੇ ਆ ਕਿ ਛੋਟੇ ਛੋਟੇ ਬੱਚੇ ਆ ਤੇ ਉਹਨਾਂ ਦੇ weight ਘਟਵਾ ਕੇ ਉਹਨਾਂ ਨੂੰ ਛੋਟੇ ਵੇਟਾਂ 'ਚ ਖੜਾਉਂਦੇ ਆ ਕਿ ਉੱਥੇ ਉਹਦਾ 골ਡ ਆ ਜਾਏਗਾ। ਸਾਡਾ ਮੈਂ ਕਹਿੰਦਾ ਕਿ ਮੇਰਾ 9th ਤੱਕ ਮੇਰਾ ਕਦੀ 골ਡ ਸਟੇਟ ਨਹੀਂ ਮੈਂ ਖੇਡੀ, ਸਟੇਟ 'ਚ ਮਾਸਾ ਮੇਰਾ ਸਿਲਵਰ ਹੋਊਗਾ 9th ਤੱਕ। ਫਿਰ ਉਸ ਤੋਂ ਬਾਅਦ ਉਹ ਚੀਜ਼ ਆਉਣੀ ਸ਼ੁਰੂ ਹੁੰਦੀ ਆ, ਉਹ ਬਾਅਦ 'ਚ ਪਤਾ ਲੱਗਦਾ ਕਿ ਕਿੱਥੋਂ ਗਰੋਥ ਮੇਰਾ ਆਲਮੋਸਟ ਲਾਈਕ 8 ਤੋਂ ਬਾਅਦ 9th 'ਚ ਮੇਰਾ ਸਿੱਧਾ 17 kg weight ਵੱਧ ਗਿਆ। ਜਦੋਂ ਮੇਰਾ weight ਵਧਣਾ ਸ਼ੁਰੂ ਹੋਇਆ, ਕਦੀ ਸਰ ਨੇ ਕਿਹਾ ਨਹੀਂ ਰੋਕੋ ਘਟਾਓ, ਤੇ ਉਹਦੇ ਨਾਲ ਕੀ ਹੁੰਦਾ ਕਿ ਇੱਕ ਤਾਂ ਹਾਈਟ ਰੁਕਦੀ ਆ, weight ਅਗਲੇ ਦਾ ਜਿਹੜੀ ਪੋਟੈਂਸ਼ੀਅਲ ਆ ਜਿਹੜੀ ਬਾਡੀ ਦੀ ਉਹ ਪੂਰੀ ਨਹੀਂ ਹੁੰਦੀ, ਉਹ ਪੂਰੀ ਪੀਕ 'ਤੇ ਜਦੋਂ ਪਹੁੰਚਣੀ ਆ ਉਹ ਪਹੁੰਚ ਨਹੀਂ ਸਕਦੀ ਜਦੋਂ ਕੋਚਿਸ ਇੱਦਾਂ ਕਰਦੇ ਆ। ਤੇ ਸਾਡੇ ਸਰ ਨੇ ਕਦੀ ਨਹੀਂ ਕਿਹਾ ਕਿ ਹਾਂ ਛੋਟੇ weight 'ਚ ਤੁਹਾਡਾ ਉੱਥੇ ਮੈਡਲ ਆਊਗਾ, ਇੱਦਾਂ ਆਊਗਾ, ਖੇਡੋ, ਕਹਿੰਦੇ ਬਸ ਖੇਡ ਲਓ, ਕੋਈ ਗੱਲ ਨਹੀਂ, ਮੈਡਲ ਆਇਆ ਨਾ ਆਇਆ ਕੋਈ ਉਹ ਗਾਂ ਦੀ ਗੱਲ ਆ। ਤੇ ਹੁਣ ਜੇ ਅਸੀਂ ਗੱਲ ਕਰੀਏ, ਹੁਣ ਕੀ ਡਾਈਟ ਰਹਿੰਦਾ ਹੈ, ਜੋ ਆਉਂਦਾ ਉਹੀ ਚੱਲੇ ਜਾਂ ਫਿਰ ਕੁਝ ਕੰਟਰੋਲਡ ਡਾਈਟ ਲਿੱਤੀ ਜਾਂਦੀ ਹੈ? ਹੁਣ ਇੱਦਾਂ ਕਿ ਜਦੋਂ ਹੁਣ ਥੋੜ੍ਹਾ ਹੋ ਜਾਂਦਾ ਬੰਦਾ ਆਪਣੇ ਪਹੁੰਚ ਜਾਂਦਾ ਕਿ ਸੀਨੀਅਰ ਜਦੋਂ ਜੂਨੀਅਰ ਉੱਪਰ ਲੈਵਲ 'ਚ ਪਹੁੰਚ ਜਾਂਦਾ, ਉਦੋਂ ਥੋੜ੍ਹਾ ਜਿਹਾ ਡਾਈਟ ਦਾ ਆਪਣਾ ਧਿਆਨ ਰੱਖਣਾ ਪੈਂਦਾ ਕਿ ਜੰਕ ਫੂਡ ਬੰਦ ਕਰਨਾ ਪੈਂਦਾ, ਥੋੜ੍ਹਾ ਆਇਲੀ ਫੂਡ ਬੰਦ ਕਰਨਾ ਪੈਂਦਾ, ਕੱਟ ਆਫ ਕਰਨਾ ਪੈਂਦਾ ਬਾਹਰ ਦਾ ਜ਼ਿਆਦਾ ਕਰ। ਉੱਦਾਂ ਕੋਈ ਇੱਦਾਂ ਦੀ ਗੱਲ ਨਹੀਂ ਆ ਕਿ ਰੋਟੀ ਬੰਦ ਆ ਜਾਂ ਖਾਣਾ ਪੀਣਾ ਘਰ ਦਾ ਨਹੀਂ ਖਾਣਾ ਜਾਂ ਘਿਓ ਨਹੀਂ ਖਾਣਾ, ਉਹ ਪੂਰਾ ਚੱਲਦਾ ਵਾ। ਬਸ ਕਿ ਜੰਕ ਫੂਡ ਨਹੀਂ ਬੰਦ ਕਰਨਾ, ਜੰਕ ਫੂਡ ਬੰਦ ਕਰਨਾ ਵਾ ਕਿ ਬਾਹਰ ਦਾ ਨਹੀਂ ਖਾਣਾ। ਸੋ ਇਹ ਸੀਗੇ ਭਵਰਾਜ, ਜਿਨ੍ਹਾਂ ਨੇ ਆਪਣੀ ਪੂਰੀ ਸਰਕਟ ਟ੍ਰੇਨਿੰਗ ਤੋਂ ਲੈ ਕੇ ਆਪਣੀ ਇੰਸਪੀਰੇਸ਼ਨ, ਆਪਣੇ ਮੋਟਿਵ ਦੇ ਬਾਰੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਅੱਗੇ ਉਹ ਸੈਂਬੋ ਦੇ ਵਿੱਚ ਅੱਗੇ ਵੀ ਵਧਣਾ ਚਾਹੁੰਦੇ ਨੇ, ਪਰ ਕਿਤੇ ਨਾ ਕਿਤੇ ਇੰਜਰੀ ਨੇ ਪਿੱਛੇ ਰੋਕ ਕੇ ਰੱਖਿਆ, ਉਸ ਤੋਂ ਰਿਕਵਰ ਕੀਤਾ, ਸਰਜਰੀ ਕਰਵਾਈ ਤੇ ਅੱਜ ਨੈਸ਼ਨਲ ਲੈਵਲ ਗੋਆ ਦੇ ਵਿੱਚ ਜਾ ਕੇ 골ਡ ਜਿੱਤਿਆ ਹੈ ਸੈਂਬੋ ਦੇ ਵਿੱਚ, ਜੋ ਕਿ ਇੱਕ ਕੰਬੈਟ ਸਪੋਰਟਸ ਮੰਨੀ ਜਾਂਦੀ ਹੈ, ਫਾਈਟ ਸਪੋਰਟਸ ਹੁੰਦੀ ਹੈ। ਤੇ ਕਿਸ ਤਰੀਕੇ ਦੇ ਨਾਲ ਗਵਰਨਮੈਂਟ ਜਿਹੜੀ ਹੈ ਇਸ ਸਪੋਰਟਸ ਦੇ ਵਿੱਚੋਂ ਹੱਥ ਖਿੱਚ ਕੇ ਬੈਠੀ ਹੈ, ਸਪੋਰਟ ਨਹੀਂ ਕਰ ਰਹੀ, ਉਹ ਵੀ ਦੱਸਿਆ ਇਹਨਾਂ ਦੇ ਪੇਰੈਂਟਸ ਨੇ। ਸੋ ਇਸ ਵੇਲੇ ਸਾਡੇ ਨਾਲ ਮੌਜੂਦ ਇੱਥੇ ਇਹ ਭਵਰਾਜ ਦੇ ਕੋਚ ਵੀ ਮੌਜੂਦ ਨੇ। ਸਰ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਹੈ ਅਵਨੀ ਸ਼ਰਮਾ। ਅਵਨੀ ਸ਼ਰਮਾ ਜੀ, ਕਿਸ ਤਰ੍ਹਾਂ ਦਾ ਸਟੂਡੈਂਟ ਰਿਹਾ ਹੈ ਸ਼ੁਰੂ ਤੋਂ? ਜਦੋਂ ਬਚਪਨ 'ਚ ਤੁਹਾਨੂੰ ਮਿਲਿਆ ਸੀਗਾ ਪਹਿਲੀ ਵਾਰ, ਕੀ ਵੇਖਿਆ ਸੀਗਾ, ਕੀ ਸੋਚਿਆ ਸੀਗਾ ਕਿ ਹਾਂ ਭਵਰਾਜ ਕਿੰਨੀ ਕੁ ਅੱਗੇ ਜਾ ਸਕਦਾ ਆ, ਤੇ ਕਿੰਨਾ ਕੁ ਸ਼ਰਾਰਤੀ ਰਿਹਾ ਹੈ? ਭਵਰਾਜ ਜਦੋਂ ਮੈਨੂੰ ਮਿਲਿਆ ਤੇ ਬਹੁਤ ਹੀ ਛੋਟਾ ਸੀਗਾ, ਨੀਅਰ ਅਬਾਊਟ 35 kg, 35 ਕਿਲੋ ਦਾ ਸੀਗਾ। ਇਹ ਸ਼ਰਾਰਤੀ ਬਹੁਤ ਸੀਗਾ, ਸ਼ਰਾਰਤੀ, ਬਟ ਉਸ ਤਰ੍ਹਾਂ ਦਾ ਸ਼ਰਾਰਤੀ ਨਹੀਂ ਕਿ ਕਿਸੇ ਨੂੰ ਸੱਟ ਵਗੈਰਾ ਲਗਾਇਆ ਉੱਦਾਂ। ਜਿਹਨੂੰ ਕਿ ਖੇਡਣ ਦਾ ਬਹੁਤ ਜ਼ਿਆਦਾ ਸ਼ੌਂਕ ਸੀਗਾ, ਜਿਹਦੇ ਵਿੱਚ ਜਿਹੜਾ ਗੋਡ ਗਿਫਟਡ ਜੋ ਇਹਦੇ ਅੰਦਰ ਸੀਗਾ, ਇਹਦਾ ਸਪੀਡ ਵਰਕ ਸੀਗਾ, ਇਹਦੇ ਸਟਰੈਂਥ ਵਗੈਰਾ, ਜੋ ਇੱਕ ਕਹਿੰਦੇ ਨਾ ਹੀਰੇ ਨੂੰ ਜੋਹਰੀ ਪਹਿਚਾਣ ਸਕਦਾ, ਥੋੜ੍ਹਾ ਇਸ ਤਰ੍ਹਾਂ ਹੀ ਹੁੰਦਾ ਕਿ ਭਵਰਾਜ ਦੇ ਅੰਦਰ ਮੈਂ ਕਾफ़ੀ ਚੀਜ਼ਾਂ ਦੇਖੀਆਂ ਜੋ ਇਹਨੂੰ ਸਪੋਰਟਸ ਵਿੱਚ ਕਾफ़ੀ ਅੱਗੇ ਲਿਜਾਣ ਵਾਸਤੇ ਸੀਗੀਆਂ। ਤੇ ਇਹਦੀ ਸਟਰੈਂਥ, ਸਪੀਡ, ਸਟੈਮੀਨਾ ਔਰ ਡੈਡੀਕੇਸ਼ਨ, ਸਭ ਤੋਂ ਜ਼ਿਆਦਾ ਡੈਡੀਕੇਸ਼ਨ ਭਵਰਾਜ ਦੀ ਆ ਸੀ ਕਿ ਸੰਡੇ ਨੂੰ ਵੀ ਮੈਨੂੰ ਫ਼ੋਨ ਕਰਕੇ ਸਰ ਆ ਜਾਓ ਪ੍ਰੈਕਟਿਸ 'ਤੇ। ਇਹਨੂੰ ਮੈਂ ਇਕੱਲੇ ਨੂੰ ਵੀ ਕਰਾਉਂਦਾ ਰਿਹਾ ਪ੍ਰੈਕਟਿਸ, ਅਸੀਂ ਰਾਤ ਨੂੰ 12 ਵਜੇ ਵੀ ਕਰਦੇ ਰਹੇ ਪ੍ਰੈਕਟਿਸ। ਇਸ ਤਰ੍ਹਾਂ ਦਾ ਡੈਡੀਕੇਟਡ ਰਿਹਾ। ਬਚਪਨ ਦੇ ਵਿੱਚ ਤਾਂ ਖੂਬ ਖੇਡਦਾ ਸੀ, ਕਹਿਣਾ ਪੂਰਾ ਓਬੀਡੀਐਂਟ, ਫੁੱਲੀ ਓਬੀਡੀਐਂਟ ਹੈਗਾ, ਅਤੇ ਉਸ ਤਰ੍ਹਾਂ ਅੱਛੀ ਤਰ੍ਹਾਂ ਪ੍ਰੈਕਟਿਸ ਕਰਦਾ ਸੀਗਾ, ਕਾफ़ੀ ਜ਼ੋਰ ਲਗਾ ਕੇ, ਇਸ ਤਰ੍ਹਾਂ ਸੀਗਾ। ਜੇ ਅਸੀਂ ਗੱਲ ਕਰੀਏ ਹੁਣ ਇਸ ਚੀਜ਼ ਦੇ ਉੱਤੇ ਕਿ ਕਿੰਨੀ ਕੁ ਵਾਰ ਇੱਦਾਂ ਦੀ ਕੰਪਲੇਂਟ ਆਈ ਕਿ ਪ੍ਰੈਕਟਿਸ ਦੇ ਵਿੱਚ ਜ਼ਿਆਦਾ ਇੰਡਲਜਡ ਹੈ, ਪੜ੍ਹਾਈ ਦੇ ਵਿੱਚ ਘੱਟ ਜਾ ਰਿਹਾ ਹੈ ਜਾਂ ਪੜ੍ਹਾਈ ਦੇ ਵਿੱਚ ਕਿਤੇ ਥੱਲੇ ਜਾ ਰਿਹਾ ਹੈ, ਅਤੇ ਉਸ ਚੀਜ਼ ਨੂੰ ਕਿਸ ਤਰੀਕੇ ਦੇ ਨਾਲ ਤੁਸੀਂ ਟੈਕਲ ਕੀਤਾ ਫਿਰ? ਨਹੀਂ, ਭਵਰਾਜ ਪੜ੍ਹਾਈ ਔਰ ਆਪਣੀ ਸਪੋਰਟਸ ਨੂੰ ਪ੍ਰੋਪਰ ਮੈਨੇਜ ਕਰਕੇ ਰੱਖਦਾ ਸੀ। ਪੜ੍ਹਾਈ 'ਚ ਵੀ ਬਹੁਤ ਅੱਛਾ ਸੀਗਾ, MGN ਸਕੂਲ ਅਰਬਨ ਸਟੇਟ ਫੇਜ਼ 2 ਦੇ ਵਿੱਚ, ਈਵਨ ਕਿ ਸਕੂਲ ਦੀ ਵੀ ਬੜੀ ਅੱਛੀ ਸਪੋਰਟ ਰਹੀ ਹੈ ਉਹਨਾਂ ਦੀ ਪੜ੍ਹਾਈ ਦੇ ਵਿੱਚ, ਅਤੇ ਸਪੋਰਟਸ ਵੀ ਅੱਛਾ ਸੀਗਾ, ਮੈਨੇਜ ਕਰ ਲੈਂਦਾ ਸੀ, ਪੜ੍ਹਾਈ ਅੱਛੀ ਸੀਗੀ। ਫਿਲਹਾਲ ਅੱਛਾ ਪੜ੍ਹਾਈ ਕਰਦਾ, +2 ਤੱਕ MGN ਸਕੂਲ ਤੋਂ ਹੀ ਪੜ੍ਹਿਆ। ਜਦੋਂ ਇਹਦਾ MGN ਸਕੂਲ ਵੱਲੋਂ ਇਹਦਾ CBSE ਨੈਸ਼ਨਲ ਦੇ ਵਿੱਚ 골ਡ ਆਇਆ,
CBSE ਨੌਰਥ ਜ਼ੋਨ ਦੇ ਵਿੱਚ 골ਡ ਸਿਲਵਰ ਸਟੇਟਸ ਕਈ ਵਾਰੀ ਆਇਆ, ਉਦੋਂ ਐਮਜਨ ਸਕੂਲ ਦੇ ਵਿੱਚ ਹੀ ਹੁੰਦਾ ਸੀਗਾ। ਔਰ CBSE ਨੈਸ਼ਨਲ 'ਚ 골ਡ ਬਰਾਊਨਜ਼ ਵੀ ਸੀਗਾ, ਸਿਲਵਰ ਸੀਗਾ। ਔਰ ਭਾਈਕਾ ਨੈਸ਼ਨਲ ਦੇ ਵਿੱਚ ਕਿੱਥੇ ਹੋਈ ਸੀ, ਪਣਜੀ ਹੋਈ ਸੀ ਜਾਂ ਪੌਂਡੀਚੇਰੀ, ਉੱਥੇ ਦਾ 2015 ਵਿੱਚ ਉੱਥੇ ਦਾ 골ਡ ਸੀਗਾ। ਸਕੂਲ ਵੱਲੋਂ ਵੀ ਅੱਛੀ ਸਪੋਰਟ ਰਹੀ ਆ, ਪੜ੍ਹਾਈ ਵੱਲੋਂ ਕੋਈ ਪ੍ਰੋਬਲਮ ਨਹੀਂ। ਸਕੂਲ ਟੂਰਨਾਮੈਂਟ ਖੇਡਣ ਜਾਂਦੇ ਸੀ, ਸਕੂਲ ਸਪੋਰਟ ਕਰਦਾ ਸੀ, ਵਾਪਸ ਆ ਕੇ ਟੀਚਰਸ ਨੋਟਸ ਦਿੰਦੇ ਸੀ ਜਿਹੜੇ ਕਿ ਆਪਣੇ ਕਲੀਅਰ ਕਰ ਲੈਂਦਾ ਸੀਗਾ। ਬਟ ਪ੍ਰੈਕਟਿਸ ਨੂੰ ਪੂਰੀ ਤਰਜੀਹ ਕਦੇ ਇਹਨੇ ਲਾਪਰਵਾਹੀ ਨਹੀਂ ਕੀਤੀ। ਜਿਸ ਤਰ੍ਹਾਂ ਕਿ ਭਵਰਾਜ ਨੂੰ ਆਪਾਂ ਇੱਕ ਚੀਜ਼ ਦੱਸਦੇ ਹਾਂ ਆਪਣੇ ਸਾਰੇ ਸਟੂਡੈਂਟਸ ਨੂੰ ਕਹਿਣਾ ਕਿ ਡਿਸਿਪਲਿਨ ਐਂਡ ਡਿਸਿਪਲਿਨ। ਭਵਰਾਜ ਇਜ਼ 100% ਵੈਜੀਟੇਰੀਅਨ ਸਪੋਰਟਸਮੈਨ, ਗੋਡ ਗਿਫਟਡ ਹੈਗਾ। ਡਿਸਿਪਲਿਨ, ਐਕਸਰਸਾਈਜ਼ ਦਾ ਡਿਸਿਪਲਿਨ ਕਿ ਐਕਸਰਸਾਈਜ਼ ਕਰਨੀ ਹੈ ਅਤੇ ਕਰਨੀ ਹੈ। ਡਾਈਟ ਦਾ ਡਿਸਿਪਲਿਨ, ਜਦੋਂ ਬਚਪਨ ਸੀ ਉਦੋਂ ਆਪਾਂ ਘੱਟ ਕਰਦੇ ਸੀ, ਜੰਕ ਫੂਡ ਘੱਟ ਖਾਣਾ ਹੈਗਾ। ਉਸ ਤੋਂ ਬਾਅਦ ਜਦੋਂ ਫਿਰ ਆਪਣੀ ਅੱਛੀ ਡਾਈਟ 'ਤੇ ਆਏ, ਜਿਸ ਤਰ੍ਹਾਂ ਡਰਾਈ ਫਰੂਟ, ਡਰਾਈ ਨਟਸ, ਮਲਟੀਗ੍ਰੇਨ ਵਗੈਰਾ ਕਾਫੀ ਚੀਜ਼ਾਂ ਯੂਜ਼ ਕਰਨੀਆਂ, ਪਲਸਿਸ, ਫਰੂਟਸ ਵਗੈਰਾ ਸਾਰਾ ਕੁਝ, ਉਹਦਾ ਡਿਸਿਪਲਿਨ। ਤੀਸਰਾ ਡਿਸਿਪਲਿਨ ਹੁੰਦਾ ਇੱਕ ਆਪਣਾ ਪੈਸ਼ਨ, ਵੀ ਆਲਸ ਨਹੀਂ ਕਰਨਾ, ਨਹੀਂ ਐਕਸਰਸਾਈਜ਼ ਕਰਨੀ ਹੈ ਅਤੇ ਕਰਨੀ ਹੈ, ਐਕਸਰਸਾਈਜ਼ ਛੋੜਨੀ ਨਹੀਂ ਬਿਲਕੁਲ ਵੀ। ਇਹਨਾਂ ਤਿੰਨਾਂ ਚੀਜ਼ਾਂ ਨੂੰ, ਡਿਸਿਪਲਿਨ ਨੂੰ ਭਵਰਾਜ ਨੇ ਸ਼ੁਰੂ ਤੋਂ ਫੋਲੋ ਕੀਤਾ ਅਤੇ ਮੈਨੂੰ ਤਾਂ ਇਹਦੇ ਵੱਲੋਂ ਇਸ ਤਰ੍ਹਾਂ ਦੀ ਸਪੋਰਟਸ ਵੱਲੋਂ ਕੋਈ ਕੰਪਲੇਂਟ ਨਹੀਂ ਆਉਂਦੀ ਸੀ। ਈਵਨ ਕਿ ਦੇਖੋ ਇਹਦਾ 8 ਮਈ ਨੂੰ, ਹਜੇ 28 ਜੂਨ ਮਈ ਨੂੰ ਗੋਡੇ ਦਾ ਆਪਰੇਸ਼ਨ ਹੋਇਆ। ਉਸ ਤੋਂ ਬਾਅਦ ਡਾਕਟਰ ਸਾਹਿਬ 1 ਈਅਰ ਦਾ ਰੈਸਟ ਕਹਿੰਦੇ ਆ। ਇਹਨੇ 8 ਮਹੀਨੇ ਬਾਅਦ ਹੀ ਦੁਬਾਰਾ ਪ੍ਰੈਕਟਿਸ 'ਤੇ ਆ ਕੇ ਅਤੇ ਆਪਣਾ ਸੈਂਬੋ ਨੈਸ਼ਨਲ ਦੇ ਵਿੱਚ ਪਾਰਟੀਸਪੇਟ ਕੀਤਾ, ਜਿਹਦੇ ਵਿੱਚ 골ਡ ਲਿਆਇਆ। ਔਰ ਮੈਨੂੰ ਇਹਦੇ ਗੋਡੇ ਦੀ ਫਿਕਰ ਰਹਿੰਦੀ ਸੀ, ਬਟ ਫਿਰ ਵੀ ਬੜੇ ਅੱਛੀ ਤਰ੍ਹਾਂ ਨਾਲ ਮੈਨੇਜ ਕਰ ਗਿਆ। ਜੇ ਅਸੀਂ ਹੁਣ ਗੱਲ ਕਰੀਏ ਕਿ ਤੁਸੀਂ ਦੱਸਿਆ ਵੀ ਭਵਰਾਜ ਵੱਲੋਂ ਕਦੀ ਕੋਈ ਕੰਪਲੇਂਟ ਨਹੀਂ ਰਹੀ, ਨਾ ਐਕੈਡੈਮਿਕਲੀ, ਨਾ ਹੀ ਸਪੋਰਟਸ ਅਤੇ ਨਾ ਹੀ ਕੋਈ ਉਹਦਾ ਸ਼ਰਾਰਤ ਦੀ। ਹੁਣ ਜੇ ਗੱਲ ਕਰੀਏ ਵੀ ਭਵਰਾਜ ਦੇ ਪੇਰੈਂਟਸ ਜਿਹੜੇ ਆ, ਉਹਨਾਂ ਨੇ ਵੀ ਕਿਤੇ ਨਾ ਕਿਤੇ ਗੱਲ ਕੀਤੀ ਕਿ ਗਵਰਨਮੈਂਟ ਜਿਹੜੀ ਆ ਉਹ ਕਿਤੇ ਨਾ ਕਿਤੇ ਸਪੋਰਟ ਕਰਨ ਤੋਂ ਝਿਜਕਦੀ ਹੈ ਜਾਂ ਫਿਰ ਹੱਥ ਖਿੱਚ ਕੇ ਰੱਖਦੀ ਹੈ। ਸੋ ਕਿਹੜੀ ਐਸੋਸੀਏਸ਼ਨ ਦੇ ਨਾਲ ਜੁੜੇ ਹੋਏ ਹੋ, ਕਿੱਦਾਂ ਤੁਸੀਂ ਕਰਾਉਂਦੇ ਹੋ, ਕਿ ਇੰਡੀਵਿਜੂਅਲ ਪ੍ਰੈਕਟਿਸ ਕਰਾਉਂਦੇ ਹੋ, ਕਿਸ ਤਰੀਕੇ ਨਾਲ ਕਰਾਉਂਦੇ ਹੋ? ਫਿਲਹਾਲ ਸਾਡੀ ਜਿਹੜੀ ਸੈਂਬੋ ਗੇਮ ਹੈਗੀ ਆ, ਸੈਂਬੋ ਹੁਣ ਥੋੜ੍ਹਾ ਚੇਂਜ ਹੋਈ ਹੈ। ਸੈਂਬੋ ਇਜ਼ ਅ ਮਿਕਸ ਆਫ ਮਾਰਸ਼ਲ ਆਰਟ, ਜਿਹਦੇ ਵਿੱਚ ਅਸੀਂ ਕਿਕ, ਬਾਕਸਿੰਗ, ਕਰਾਟੇ ਸਭ ਕੁਝ ਇਨਕਲੂਡ ਹੁੰਦਾ। ਦੇਰ ਇਜ਼ 2 ਟਾਈਪਸ ਆਫ ਸੈਂਬੋ ਸਪੋਰਟਸ ਐਂਡ ਸੈਂਬੋ ਕੰਬੈਟ। ਜਿਹੜੀ ਸੈਂਬੋ ਸਪੋਰਟਸ ਹੈਗੀ ਆ, ਉਹਦੇ ਵਿੱਚ ਅਸੀਂ ਕੁਝ ਪੁਆਇੰਟਸ ਦਾ ਫਰਕ ਹੁੰਦਾ। ਜਿਸ ਤਰ੍ਹਾਂ ਜੂਡੋ ਦੇ ਵਿੱਚ ਹੁੰਦਾ ਇੱਕ ਵਾਰ ਨੌਕਆਊਟ ਕਰ ਦਿੱਤਾ, ਇਹ 'ਚ 3 ਵਾਰ ਨੌਕਆਊਟ ਕਰਨਾ ਪੈਂਦਾ। ਅਪੋਨ ਮਤਲਬ 4 ਵਾਰੀ, 3 ਵਾਰੀ ਨੌਕਆਊਟ ਕਰੋਗੇ ਫਿਰ ਪੁਆਇੰਟਸ ਹੁੰਦੇ। ਉਹ ਜਿਹੜੀ ਕਿ ਆਮ ਜੂਡੋ ਤੋਂ ਵੀ ਹੋਰ ਜਿਹੜਾ ਥੋੜ੍ਹੀ ਟਫ ਹੈਗੀ ਆ। ਅਤੇ ਉਸ ਸਪੋਰਟਸ ਦੇ ਵਿੱਚ ਭਵਰਾਜ ਨੇ ਨੈਸ਼ਨਲ ਦੇ ਵਿੱਚ 골ਡ ਲਿਆ ਹੈਗਾ। ਸਾਡੀ ਪੰਜਾਬ ਸੈਂਬੋ ਐਸੋਸੀਏਸ਼ਨ, ਜੋ ਕਿ ਜਿਸ ਦੇ ਪ੍ਰੈਜ਼ੀਡੈਂਟ ਸ਼੍ਰੀ ਰਿਪੂ ਤਾਂਗਰਾ ਜੀ, ਫਿਲਹਾਲ ਡਾਇਰੈਕਟਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਨਕੋਦਰ, ਉਹਨਾਂ ਨੇ ਬਹੁਤ ਬਹੁਤ ਵਧਾਈਆਂ ਦਿੱਤੀਆਂ ਇਹਨਾਂ ਨੂੰ। ਆਪਣੇ ਸੁਰਜੀਤ ਸਿੰਘ ਵਾਲੀਆ, ਜੂਡੋ ਕੋਚ ਪਟਿਆਲਾ, ਜੋ ਕਿ ਜਨਰਲ ਸੈਕਟਰੀ ਨੇ ਪੰਜਾਬ ਸੈਂਬੋ ਐਸੋਸੀਏਸ਼ਨ ਦੇ, ਅਤੇ ਆਈ ਐਮ ਟੈਕਨੀਕਲ ਚੇਅਰਮੈਨ ਆਫ ਸੈਂਬੋ ਪੰਜਾਬ ਐਸੋਸੀਏਸ਼ਨ। ਔਰ ਸਾਡੇ ਹੋਰ ਵੀ ਜਿਹੜੇ ਕੋਚਿਸ ਹੈਗੇ ਜਿਹੜੇ ਜੂਡੋ ਦੇ ਨਾਲ ਜੁੜੇ ਆ, ਸੰਜੀਵ ਸ਼ਰਮਾ ਜੀ ਅਨੰਦਪੁਰ ਸਾਹਿਬ ਤੋਂ, ਉਹਨਾਂ ਨੇ ਵੀ ਭਵਰਾਜ ਨੂੰ ਬਹੁਤ ਬਹੁਤ ਵਧਾਈਆਂ ਦਿੱਤੀਆਂ। ਹੋਰ ਸਭੀ ਕੋਚਿਸ ਤੋਂ ਵਧਾਈਆਂ। ਸੈਂਬੋ ਗੇਮ ਨੂੰ ਅਸੀਂ ਜੂਡੋ ਕਹਿੰਦੇ, ਜੂਡੋ ਇਜ਼ ਦਾ ਮਦਰ ਆਫ ਆਲ ਮਾਰਸ਼ਲ ਆਰਟਸ। ਸੈਂਬੋ ਨੂੰ ਅਸੀਂ ਜੂਡੋ ਪਲੇਅਰ ਵਾਸਤੇ ਕਾਫੀ ਈਜ਼ੀ ਰਹਿੰਦਾ ਹੈ, ਡਿਫੀਕਲਟ ਵੀ ਰਹਿੰਦਾ, ਬਟ ਉਹ ਜੂਡੋ ਪਲੇਅਰ ਕਾਫੀ ਈਜ਼ੀ ਕਰ ਜਾਂਦਾ ਉਹਨੂੰ। ਇਹਨਾਂ ਸਾਰਿਆਂ ਵੱਲੋਂ ਵਧਾਈਆਂ ਹੋਣ ਦੇ ਭਵਰਾਜ ਨੂੰ ਨੈਸ਼ਨਲ 골ਡ ਦੀ ਵਧਾਈਆਂ ਦਿੱਤੀਆਂ। ਅਤੇ ਸਰ, ਜੇ ਆਖਰੀ ਤੌਰ 'ਤੇ ਤੁਹਾਡੇ ਨਾਲ ਮੈਂ ਗੱਲ ਕਰਾਂ ਕਿ ਸੈਂਬੋ ਕੰਬੈਟ ਦੀ ਗੱਲ ਕੀਤੀ, ਸੈਂਬੋ ਸਪੋਰਟਸ ਦੀ ਗੱਲ ਕੀਤੀ, ਸੈਂਬੋ ਕੰਬੈਟ ਅਤੇ ਸੈਂਬੋ ਸਪੋਰਟਸ ਦੋਨਾਂ ਵਿੱਚੋਂ ਖਤਰਨਾਕ ਕਿਹੜੀ ਹੈ ਜ਼ਿਆਦਾ? ਫਿਲਹਾਲ ਤਾਂ ਖਤਰਨਾਕ ਦੋਨੋਂ ਹੀ ਹੁੰਦੇ ਆ। ਕਿ ਕਹਿੰਦੇ ਆ ਕਿ ਜੂਡੋ ਇਜ਼ ਅ ਮਦਰ ਆਫ ਮਾਰਸ਼ਲ ਆਰਟ, ਜਿਹੜੀ ਕਿ ਮੈਂ ਪਹਿਲਾਂ ਵੀ ਕਹੀ ਆ। ਸੈਂਬੋ ਜਿਹੜੀ ਕੰਬੈਟ ਹੈਗੀ, ਉਹਦੇ 'ਚ ਅਸੀਂ ਪੰਚ ਕਰਦੇ ਹਾਂ, ਕਿੱਕ ਕਰਦੇ ਹਾਂ, ਪੰਚ ਨਾਲ ਵੀ ਹਿੱਟ ਹੁੰਦਾ ਔਰ ਕਿੱਕ ਨਾਲ ਵੀ ਹਿੱਟ ਹੁੰਦਾ। ਬਟ ਜੂਡੋ ਕੀ ਹੈਗੀ ਆ, ਜੂਡੋ ਇਜ਼ ਅ ਸੈਲਫ ਡਿਫੈਂਸਿਵ ਗੇਮ। ਅਸੀਂ ਹਿੱਟ ਕਰਨ ਦਿੰਦੇ ਹਾਂ, ਅਸੀਂ ਹਿੱਟ ਪਹਿਲਾਂ ਕਰਕੇ ਖੁਸ਼ ਨਹੀਂ ਹੈਗੇ। ਅਸੀਂ ਕਹਿੰਦੇ ਤੂੰ ਹਿੱਟ ਕਰ, ਵਿਲ ਡਿਫੈਂਸ ਯੂ, ਦੈਨ ਆਈ ਵਿਲ ਮੇਕ ਯੂ ਅ ਕਾਊਂਟਰ। ਅਸੀਂ ਕਾਊਂਟਰ ਮਾਰਾਂਗੇ। ਇਸ ਕਰਕੇ ਜੂਡੋ ਪਲੇਅਰ ਵਾਸਤੇ ਕੋਈ ਮੁਸ਼ਕਿਲ ਨਹੀਂ ਹੈ, ਕਿ ਚਾਹੇ ਕੰਬੈਟ ਸਪੋਰਟਸ ਹੋਵੇ ਜਾਂ ਸਪੋਰਟਸ ਸੈਂਬੋ ਹੋਵੇ। ਅਤੇ ਇਸੇ ਤਰੀਕੇ ਦੀ ਹੋਰ ਵੀ ਨਵੀਆਂ ਜਿੰਨੀਆਂ ਸਟੋਰੀਜ਼ ਨੇ, ਜੇ ਤੁਹਾਡੇ ਆਲੇ ਦੁਆਲੇ ਘੁੰਮ ਰਹੀਆਂ ਨੇ, ਉਹਦੇ ਲਈ ਸਾਨੂੰ ਤੁਸੀਂ ਸਾਡੇ ਦਿੱਤੇ ਗਏ ਈਮੇਲ ਐਡਰੈਸ ਦੇ ਉੱਤੇ ਮੇਲ ਕਰਕੇ ਦੱਸ ਸਕਦੇ ਹੋ। ਤਦ ਤੱਕ ਲਈ ਦੇਖਦੇ ਰਹੋ ਦੈਨਿਕ ਸਵੇਰਾ TV। ਕੈਮਰਾਮੈਨ ਸੁਖਵਿੰਦਰ ਦੇ ਨਾਲ ਮਨਰਾਜਦੀਪ ਚੱਠਾ, ਜਲੰਧਰ।
ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक इन चोरा ठग्गां तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटियां विच समाधान फ्री 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 मियां रफीक मोहम्मद मोबाइल 84 374 94 647 84 374 94 648। पंडित राधे शर्मा चमत्कार हुंदे वेखो अपनी अखां दे सामने 24 घंटे विच पाओ हर परेशानी दा हल मुसलमानी रूहानी ते काले इलम दे बादशाह मेरे कीते नूं मेरे तो इलावा कोई कट नहीं सकदा मोड़ी वशीकरण करवाओ मनचाहा प्यार पाओ लव मैरिज सौतन दुश्मन तो छुटकारा तलाक केस जमीनी झगड़ा नौकरी कारोबार च रुकावट विदेश यात्रा लॉटरी तो धन मिलेगा जां नहीं सच्चाई जानो लॉटरी नंबर पाओ 649 होवे जां लोटो मैक्स तुहाडी हर गल 100% गुप्त रखी जावेगी प्यार विच धोखा खाए प्रेमी प्रेमिका एक बार जरूर मिलो मैं तुहाडा प्यार टुटन नहीं देवांगा मोबाइल 98 768 045 80 85 588 38 617।